ਤੇ ਹੁਣ ਅਸੀਂ ਗੱਲ ਕਰਨੀ ਹੈ ਉਸ ਸ਼ਖਸੀਅਤ ਦੀ, ਇੱਕ ਅਦਭੁਤ ਸ਼ਖਸੀਅਤ ਜਿਹਨੂੰ ਦੁਨੀਆ ਦਾ ਸਭ ਤੋਂ ਬੜਾ ਦੇਸ਼ ਜਿਹੜਾ ਹੈ ਅਮਰੀਕਾ, ਉਹ ਸਭ ਤੋਂ ਬੜੇ ਦੇਸ਼ ਦੀ ਸਭ ਤੋਂ ਬੜੀ ਯੂਨੀਵਰਸਿਟੀ ਕੋਲੰਬੀਆ ਯੂਨੀਵਰਸਿਟੀ, ਜਿਸ ਨੂੰ ਕਹਿੰਦੀ ਹੈ ਦਾ ਸਿੰਬਲ ਆਫ ਨੌਲੇਜ, ਗਿਆਨ ਦਾ ਪ੍ਰਤੀਕ, ਉਹ ਯੂਨੀਵਰਸਿਟੀ ਆਪਣੇ ਨੋਟਸ ਲਿਖ ਰਹੀ ਹੈ। ਇਹ ਯੂਨੀਵਰਸਿਟੀ ਦੇ ਨੋਟਸ ਲਿਖਿਆ ਹੋਇਆ, ਕਿਸੇ ਰਾਜਨੀਤਿਕ ਆਦਮੀ ਦੀ ਕਹੀ ਹੋਈ ਗੱਲ ਨਹੀਂ। ਰਾਜਨੀਤਿਕ ਲੋਕ ਤਾਂ ਤਾਰੀਫਾਂ 'ਚ ਵੀ ਬਹੁਤ ਕੁਝ ਕਹਿ ਜਾਂਦੇ, ਉਹ ਬਾਅਦ ਚੋਂ ਕਹਿੰਦੇ ਜੁਮਲੇ ਸੀ, ਪਰ ਯੂਨੀਵਰਸਿਟੀ ਦਾ ਨੋਟ ਹੈ ਕਿ ਉਹਨਾਂ ਦੇ 100 ਸਾਲ ਦੇ ਇਤਿਹਾਸ 'ਚ ਉਹ ਸਟੂਡੈਂਟ ਵਰਗਾ ਜਿਹਨੂੰ ਉਹਨਾਂ ਨੇ ਕਿਹਾ ਦਾ ਸਿੰਬਲ ਆਫ ਨੌਲੇਜ, ਗਿਆਨ ਦਾ ਪ੍ਰਤੀਕ, 100 ਸਾਲ 'ਚ ਉਹ ਜਿਹਾ ਬ੍ਰਿਲੀਅੰਟ, ਟੈਲੈਂਟਡ, ਇੰਨਾ ਬੁੱਧੀਜੀਵੀ ਸਟੂਡੈਂਟ 100 ਸਾਲ ਦੇ ਇਤਿਹਾਸ 'ਚ ਦੂਸਰਾ ਨਹੀਂ ਆਇਆ। ਔਰ ਕਿਹੜੀ ਯੂਨੀਵਰਸਿਟੀ? ਜਿੱਥੇ ਦੁਨੀਆ ਦੇ ਹਰ ਦੇਸ਼ ਤੋਂ ਬੱਚਾ ਪੜ੍ਹਨ ਜਾਂਦਾ ਹੈ। ਉੱਥੇ ਜਿਸ ਸ਼ਖਸੀਅਤ ਨੇ ਇਹ ਮੁਕਾਬਲਾ ਦਿੱਤਾ, ਸਾਡਾ ਮਾਣ ਵਧਾਇਆ, ਔਰ ਬ੍ਰਾਹਮਣਵਾਦ ਦੀ ਉਸ ਗੱਲ ਨੂੰ ਤੋੜਿਆ ਜਿਹੜਾ ਪੰਡਤ ਅੱਜ ਵੀ ਸਿਖਾਈ ਜਾ ਰਿਹਾ ਹੈ। ਦੂਜੇ ਧਰਮ ਵੀ ਗੁੰਮਰਾਹ ਹੈ ਇਹਦੇ 'ਚ। ਉਹ ਕਹਿੰਦੇ ਜੀ ਪਿਛਲੇ ਜਨਮਾਂ ਦਾ ਕੋਈ ਪਾਪ ਹੁੰਦਾ ਆ ਤਾਂ ਤੁਸੀਂ ਇਸ ਕੌਮ 'ਚ ਜੰਮੇ ਆ ਗੋਹਾ ਕੂੜਾ ਕਰਨ ਲਈ। ਅਸੀਂ ਸਿੱਖੀ ਜਾ ਰਹੇ ਸੀ, ਮੰਨੀ ਜਾ ਰਹੇ ਸੀ, ਕਿਉਂਕਿ ਪੰਡਤ ਕਹਿ ਰਿਹਾ ਤਿਲਕ ਲਗਾਇਆ ਹੋਇਆ, ਉਹ ਸਰਟੀਫਿਕੇਟ ਵੀ ਉਹਦੇ ਕੋਲ ਚੋਟੀ ਰੱਖੀ ਹੋਈ ਹੈ, ਸਿੰਬਲ ਹੈ ਉਹਦੇ ਕੋਲ। ਅਸੀਂ ਕਹਿੰਦੇ ਪੰਡਤ ਜੋ ਕਹਿ ਰਿਹਾ ਠੀਕ ਕਹਿ ਰਿਹਾ ਹੈ। ਪਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਇੱਕ ਸਫਾਈ ਪੇਸ਼ਾ ਮਾਂ ਦੇ ਪੇਟ ਚੋਂ ਪੈਦਾ ਹੋਏ। 76 ਨਾਮ ਹੈ ਪੂਰੇ ਦੇਸ਼ 'ਚ ਸਾਡੇ ਸਫਾਈ ਕਰਮਚਾਰੀ ਜਾਤੀਆਂ ਦੇ, 76 ਨੇਮ ਅਲੱਗ-ਅਲੱਗ, ਜਿਨ੍ਹਾਂ ਚੋਂ ਇੱਕ ਨਾਮ ਹੈ ਮਹਾਰ। ਪੰਜਾਬ 'ਚ ਵਾਲਮੀਕੀ ਮਜਬੀ ਕਹਿੰਦੇ ਆ, ਹੇਲਾ ਡੋਮ ਦੁਬਾਰ ਵੀ ਕਹਿੰਦੇ ਆ। ਇਦਾਂ 76 ਨਾਮ, ਉਹਨਾਂ 76 ਨਾਮਾਂ ਚੋਂ ਇੱਕ ਹੈ ਮਹਾਰ। ਉਹ ਵੀ ਜਾਤੀ ਪੂਰੀ ਦੀ ਪੂਰੀ ਸਫਾਈ ਕਰਮਚਾਰੀ। ਇੱਕ ਸਫਾਈ ਕਰਮਚਾਰੀ ਮਾਂ ਦੇ ਪੇਟ ਚੋਂ ਪੈਦਾ ਹੋਏ ਔਰ ਲਕਸ਼ ਬਣਾਇਆ ਪੜ੍ਹਾਈ ਨੂੰ, ਦੋਸਤੀ ਕੀਤੀ ਕਿਤਾਬਾਂ ਦੇ ਨਾਲ, ਔਰ ਉਸ ਕਿਤਾਬਾਂ ਨਾਲ ਦੋਸਤੀ ਕੀਤੀ ਐਨੀ। ਮੈਂ ਪੜ੍ਹ ਰਿਹਾ ਸੀ ਉਹ ਬਾਬਾ ਸਾਹਿਬ ਅੰਬੇਦਕਰ ਬਾਰੇ, ਜਿਹੜੇ ਲੋਕਾਂ ਨੇ ਉਹਨਾਂ ਦੇ ਨੇੜੇ ਰਹਿ ਕੇ ਉਹਨਾਂ ਦੇ ਜੀਵਨ ਨੂੰ ਦੇਖਿਆ, ਜਿਨ੍ਹਾਂ ਨੇ ਉਹਨਾਂ ਦੇ ਉੱਤੇ ਰਿਸਰਚ ਕੀਤੀ। ਉਹ ਕਹਿੰਦੇ ਜਦੋਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਮ੍ਰਿਤਿੂ ਹੋਈ ਤੇ ਸਾਰਾ ਸਮਾਨ ਦੇਖਿਆ ਜਾਂਦਾ, ਛੱਡਿਆ ਜਾਂਦਾ ਹੈ। ਉਸ ਟਾਈਮ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਆਪਣੀ ਪਰਸਨਲ ਲਾਇਬ੍ਰੇਰੀ 'ਚ 32,000 ਕਿਤਾਬਾਂ ਸੀ। 32,000 ਕਿਤਾਬਾਂ ਬਾਬਾ ਸਾਹਿਬ ਅੰਬੇਦਕਰ ਦੀ ਪਰਸਨਲ ਲਾਇਬ੍ਰੇਰੀ। ਇਹ ਮੇਰੇ ਨੌਜਵਾਨ ਬੈਠੇ, ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਇਹਨਾਂ ਨਾਲ ਜੋੜ ਕੇ, ਆਪਾਂ ਪਤਾ ਕੀ ਕਰਦੇ ਆ? ਆ ਬੱਚੀਆਂ ਵੀ 10ਵੀਂ ਦੇ ਪੇਪਰ ਆਏ, ਉਹ ਜਦੋਂ ਆਖਰੀ ਪੇਪਰ ਹੁੰਦਾ ਆ, ਪਤਾ ਕੀ ਕਹਿ ਕੇ ਨਿਕਲਦੇ ਸਕੂਲ ਚੋਂ? ਕਹਿੰਦੇ ਸਿਆਪਾ ਹੋ ਗਿਆ। ਸਾਰੀ ਇਦਾਂ ਹੀ +2 ਕਰਦੇ ਆ, ਇਦਾਂ ਹੀ BA ਕਰਦੇ ਆ। ਉਹ ਜਦੋਂ ਨੌਕਰੀ ਕੋਈ ਮਿਲ ਜਾਏ, ਮੈਂ ਤਾਂ ਮੁਕੇਰੀਆਂ ਟੀਚਰ ਨੂੰ ਪੁੱਛਿਆ, ਮੈਂ ਗੱਲ ਕਰ ਰਿਹਾ ਸੀ, 2-3 ਕਿਤਾਬਾਂ ਦੇ ਰੈਫਰੈਂਸ ਦਿੱਤੇ। ਕਹਿੰਦੇ ਅੱਛਾ ਜੀ ਇਹ ਕਿਤਾਬ ਕਿੱਥੋਂ ਮਿਲੂਗੀ? ਮੈਂ ਕਿਹਾ ਮੈਨੂੰ ਪਹਿਲਾਂ ਇਹ ਦੱਸੋ ਤੁਸੀਂ ਸੱਚਮੁੱਚ ਟੀਚਰ ਹੋ? ਕਹਿੰਦੇ ਹਾਂਜੀ। ਤੁਸੀਂ ਤਾਂ ਕਹਿੰਦੇ ਧਰਨਾ ਦਿੱਤਾ ਸੀਗਾ ਹੁਸ਼ਿਆਰਪੁਰ DC ਦੇ ਬਾਹਰ, ਉਦੋਂ ਸਾਨੂੰ 32 ਬੰਦਿਆਂ ਨੂੰ ਆਰਡਰ ਮਿਲੇ। ਤੇ ਮੈਂ ਕਿਹਾ ਵੀ ਮੇਰੇ ਧਰਨੇ ਨਾਲ ਮਿਲ ਗਏ ਗਲਤੀ ਨਾਲ,
पर तुसी टीचर नहीं। जिन्हों किताब बारे नहीं पता और किताब कहता जी हुण असीं जो नौकरी लगे हुण असीं किताब तो की लेना। मैं कहा तू टीचर की हत्या करती, टीचर की हत्या करती। किताबां नाल हमेशा प्रेम करो। जे बाबा साहब अंबेडकर नूं ये उपाधि मिली द सिंबल ऑफ नॉलेज, ज्ञान का प्रतीक पूरे देश जानी संसार का पूरे जगत का, ते किताबां नाल प्यार सी तां मिली। जे किताबां नाल प्यार ना हुंदा ते बाबा साहब अंबेडकर नूं ये उपाधि नहीं सी। जे बाबा साहब अंबेडकर ने पूरी दुनिया के कानून ना पढ़े हुए होंदे, पूरी दुनिया के कानून ना पढ़े हुए होंदे ते अज आ माइक लगा के आज पिंड के स्टेडियम च सानू किसी ने बाबा साहब अंबेडकर का शहीदी दिवस नहीं सी मना देना। बाबा साहब अंबेडकर ने पूरी दुनिया के कानून पढ़े ते जिहदे उत्ते कानून लागू सी, जिस पूरी कौम ते, जिस पूरी दलित आदिवासी कौम ते यह कानून लागू सी, जिन्हों तुसी महाभारत भी देखते हो कि जदों एकलव्या गया द्रोणाचार्य दे कोल तीरंदाजी सीखण दे लई ते द्रोणाचार्य दे शब्द की सी? नीच, भंगी, शूद्र। ये द्रोणाचार्य आचार्य दे टीचर दे ये शब्द सी और एक कानून लागू सी साडे देश च। तुसी अगर थोड़ी जी हिस्ट्री पढ़ो, जिहड़ी हिस्ट्री 1947 के नेड़े नेड़े आ या 1930-32 तक, उस तो पिछे जाओ, उदों तक कई एक्ट लैके आए अंग्रेज सरकार। एजुकेशन बोर्ड भी उदों आया पहली बारी, गुरुकुल तोड़े। गुरुकुल तोड़े। गुरुकुल की सी? जिन्हों कोई बामन चलांदा सी ते सानू उदा ही एकलव्या की तरह बाहर कढ़ दिंदा सी। गुरुकुल तोड़े ते शिक्षा के बोर्ड बनाए। उस तो पिछे जाओगे तो यह भी पाओगे कि अंग्रेजा ने जिहड़ा कानून IPC, जिहड़ा अज नूं IPC तुसीं कहंदे आ, अंग्रेजा ने जिहड़ा भारत च आके IPC मनिया, वो मनुस्मृति नूं मनिया सी। हिस्ट्री जाके जाओगे पिछे नूं ते तुहानूं पढ़न नूं मिलेगा कि अंग्रेजा ने भी मनु की मनुस्मृति नूं मन लिया सी। ते मनुस्मृति की है? साडे मंच ते बहुत पुरानी गल दस रहे हैं। लुधियाना कारपोरेशन के ग्राउंड दे विच असीं पंडाल लगाया ते SGPC के प्रधान रहे और मैनूं मेरे जीवन च सब तो वधिया सियासतदान जिहड़ा मैं नेड़ों देखिया, गुरचरण सिंह दोड़ा, उथे आए एज ए चीफ गेस्ट। और जो बोलन लगे तो मनुस्मृति की जिहड़ी परिभाषा उन्होंने की, वही तुहानूं दसन लगा। उन्हां तो थोड़े बजुर्ग नेता सरदार सुरजन सिंह ठेकेदार होंदे सी, उन्होंने संबोधन करके कहा, उन्होंने कहते ठेकेदार जी मनुस्मृति का अर्थ समझ दो तुसी। कहते मनुस्मृति का मतलब है कि आ जिन्होंने आपां नूं सद्दिया ना अज वाल्मीकि भाईचारे ने भी ये पैरां च, ते कहते इहनूं थोड़ा होर समझ लो, आपां कित्थे गए? आपां भी कहते आपां गोडियां च ही आने, ज़्यादा उपर आपां भी है नहीं, सानूं भी गोडियां तक ही रखा होया आ मनुस्मृति में। यह है मनुस्मृति। उसी मनुस्मृति नूं लागू किया अंग्रेजां ने शुरुआत, पर बाबा साहब भीमराव अंबेडकर जब टकरान लगे अंग्रेज सरकार नाल, टकरान लगे अंग्रेज सरकार नाल, टकराना बड़ा मुश्किल से। वो जिन्ने अज जिहड़े बड़ी सरकार, केंद्र की सरकार, जिन्होंने किसानों को 1 साल तक 750 किसानों की बलि ले ली, इन्हों के लीडर माफी मांग के आते होंगे से अंग्रेज सरकार च,
ਲਿਖ ਕੇ ਆਉਂਦੇ ਹੁੰਦੇ ਸੀ ਵੀ ਅਸੀਂ ਸਾਰੀ ਉਮਰ ਤੁਹਾਡੇ ਪੈਰ ਧੋਵਾਂਗੇ, ਤੁਹਾਡੀਆਂ ਹੀ ਨੀਤੀਆਂ ਤੇ ਚੱਲਾਂਗੇ। ਉਸ ਅੰਗਰੇਜ਼ ਸਰਕਾਰ ਨਾਲ ਬਾਬਾ ਸਾਹਿਬ ਅੰਬੇਦਕਰ ਬਿਨਾਂ ਕਿਸੇ ਪਾਰਟੀ ਤੋਂ, ਬਿਨਾਂ ਕਿਸੇ ਇਕੱਠ ਤੋਂ, ਬਿਨਾਂ ਕਿਸੇ ਦੇ ਸਹਿਯੋਗ ਤੋਂ, ਕਿਉਂਕਿ ਅਸੀਂ ਤਾਂ ਨਾਲ ਸੀਗੇ ਹੀ ਨਹੀਂ, ਸਾਨੂੰ ਤਾਂ ਇਹ ਨਹੀਂ ਸੀ ਪਤਾ ਵੀ ਸਾਡੇ ਵਾਸਤੇ ਕੋਈ ਅੰਬੇਦਕਰ ਲੜ ਰਿਹਾ ਹੈ, ਸਾਨੂੰ ਨਹੀਂ ਸੀ ਪਤਾ। ਪਰ ਉਹ ਬਾਬਾ ਸਾਹਿਬ ਅੰਬੇਦਕਰ ਉਸ ਸਰਕਾਰ ਨਾਲ ਟਕਰਾਉਂਦੇ ਸੀ। ਉਹ ਉਦੋਂ ਵੀ ਟਕਰਾਏ ਜਦੋਂ ਅੰਗਰੇਜ਼ ਸਰਕਾਰ ਨੇ 3 ਲੱਖ ਦੀ ਗ੍ਰਾਂਟ ਅਲੀਗੜ੍ਹ ਯੂਨੀਵਰਸਿਟੀ ਨੂੰ ਦਿੱਤੀ, 3 ਲੱਖ ਦੀ ਗ੍ਰਾਂਟ ਹਿੰਦੂ ਦੀ ਬਨਾਰਸ ਯੂਨੀਵਰਸਿਟੀ ਨੂੰ ਦਿੱਤੀ। ਬਾਬਾ ਸਾਹਿਬ ਅੰਬੇਦਕਰ ਨੇ ਉਦੋਂ ਵੀ ਲੈਟਰ ਲਿਖਿਆ ਸਰਕਾਰ ਨੂੰ ਵੀ ਤੁਹਾਡਾ ਨਜ਼ਰੀਆ ਪੱਖਪਾਤੀ, ਤੁਸੀਂ ਹਿੰਦੂ ਯੂਨੀਵਰਸਿਟੀ ਨੂੰ ਦੇ ਰਹੇ ਹੋ, ਮੁਸਲਿਮ ਯੂਨੀਵਰਸਿਟੀ ਨੂੰ ਦੇ ਰਹੇ ਹੋ, ਸਾਨੂੰ ਵੀ ਦਿਓ। ਉਹ ਕਹਿੰਦੇ ਯੂਨੀਵਰਸਿਟੀ ਨੂੰ ਦੇ ਰਹੇ, ਤੁਹਾਡੇ ਕੋਲ ਯੂਨੀਵਰਸਿਟੀ ਨਹੀਂ, ਯੂਨੀਵਰਸਿਟੀ ਬਣਾ ਲਓ, ਤੁਸੀਂ ਵੀ ਲੈ ਲਓ। ਰਾਜਨੀਤਿਕ ਲੋਕ ਏਦਾਂ ਦੇ ਜਵਾਬ ਦਿੰਦੇ ਹੁੰਦੇ। ਮੈਨੂੰ ਵੀ ਇੱਕ ਰਾਜਨੀਤਿਕ ਆਦਮੀ ਨੇ ਇੱਕ ਵਾਰੀ ਕਿਹਾ, ਇਸ ਪ੍ਰਾਂਤ ਦੇ ਮੁੱਖ ਮੰਤਰੀ ਨੇ, ਤੁਹਾਡੀ ਕੌਮ ਇੱਕ ਨਹੀਂ। ਮੈਂ ਕਿਹਾ ਤੁਹਾਡੀ ਕੌਮ ਇੱਕ ਹੈ, ਦੱਸ ਦਿਓ ਸਾਰੇ ਜੱਟ ਇੱਕ ਹੈ, ਸਾਰੇ ਸਿੱਖ ਇੱਕ ਹੈ, ਸਾਰੇ ਹਿੰਦੂ ਇੱਕ ਹੈ। ਬੜਾ ਆਸਾਨ। ਮੈਂ ਕਿਹਾ ਤੁਸੀਂ ਪੜਿਆ ਹੋਇਆ, ਤੁਹਾਡੀ ਕੌਮ ਇੱਕ ਨਹੀਂ। ਦੁਨੀਆ ਦੀ ਕੋਈ ਕੌਮ ਵੀ ਇੱਕ ਨਹੀਂ, ਪਰਿਵਾਰ ਵੀ ਇੱਕ ਨਹੀਂ ਹੁੰਦਾ। ਬੱਚਿਆਂ ਚੋਂ ਇੱਕ ਸ਼ਾਮ ਨੂੰ ਕਹਿੰਦਾ ਜੀ ਮੈਂ ਸਬਜ਼ੀ ਖਾਣੀ, ਦੂਜਾ ਕਹਿੰਦਾ ਮੈਂ ਦਾਲ ਖਾਣੀ ਹੈ। ਮਾਂ ਮਨਾਉਂਦੀ ਹੈ ਵੀ ਨਹੀਂ ਆਪਾਂ ਘਰ ਕਿੱਦਾਂ ਚਲਾਉਣਾ। ਉਹ ਕਹਿੰਦੀ ਅੱਜ ਤੇਰੀ ਪਸੰਦ ਬਣੂਗੀ, ਕੱਲ ਦੂਜੇ ਦੀ ਬਣੀ। ਤੇ ਮੈਂ ਕਿਹਾ ਕੱਲ ਸਾਡੀ ਵੀ ਮੰਨਿਆ ਕਰੋ, ਦੂਜੇ ਦੀ ਸਾਡੀ ਪਸੰਦ ਵੀ ਬਣੂਗੀ, ਤੁਹਾਡੀ ਵੀ ਪਸੰਦ ਨਹੀਂ ਬਣੂਗੀ ਹਮੇਸ਼ਾ। ਜਵਾਬ ਦਿੱਤਾ ਬਾਬਾ ਸਾਹਿਬ ਅੰਬੇਦਕਰ ਨੂੰ ਵੀ ਤੁਹਾਡੇ ਕੋਲ ਯੂਨੀਵਰਸਿਟੀ ਨਹੀਂ। ਬਾਬਾ ਸਾਹਿਬ ਅੰਬੇਦਕਰ ਕਹਿੰਦੇ ਵੀ 3 ਲੱਖ ਲੈਣ ਲਈ ਪਹਿਲੋਂ 3 ਕਰੋੜ ਦੀ ਮੈਂ ਯੂਨੀਵਰਸਿਟੀ ਬਣਾਵਾਂ, ਤੇ ਜੇ 3 ਕਰੋੜ ਮੇਰੇ ਕੋਲ ਹੋਵੇ ਫਿਰ ਮੈਂ 3 ਲੱਖ ਤੁਹਾਡੇ ਕੋਲੋਂ ਕਿਉਂ ਮੰਗਾ। ਦੂਸਰਾ ਉਹ ਕਹਿੰਦੇ ਮੈਨੂੰ ਇਹ ਦੋ, ਤੁਸੀਂ ਵੀ 3 ਲੱਖ ਦਿੱਤਾ ਕਿਉਂ ਹੈ, ਉਹਦਾ ਮੂਲ ਕਾਰਨ ਕੀ ਹੈ। ਮੂਲ ਕਾਰਨ ਕਹਿੰਦੇ ਤੁਹਾਡਾ ਜਿਹੜਾ ਨੋਟੀਫਿਕੇਸ਼ਨ ਹੈ ਜਿਹਦੇ ਅੰਤਰਗਤ ਤੁਸੀਂ ਇਹ ਗ੍ਰਾਂਟ ਜਾਰੀ ਕੀਤੀ, ਉਹ 'ਚ ਲਿਖਿਆ ਆ ਵੀ ਸਿੱਖਿਆ 'ਚ ਸੁਧਾਰ ਲਿਆਉਣ ਲਈ। ਤੁਸੀਂ ਸਿੱਖਿਆ 'ਚ ਸੁਧਾਰ ਲਿਆਉਣਾ ਚਾਹੁੰਦੇ ਆ ਹਿੰਦੂ ਯੂਨੀਵਰਸਿਟੀ 'ਚ, ਤੁਸੀਂ ਸਿੱਖਿਆ 'ਚ ਸੁਧਾਰ ਲਿਆਉਣਾ ਚਾਹੁੰਦੇ ਮੁਸਲਿਮ ਯੂਨੀਵਰਸਿਟੀ 'ਚ, ਤੇ ਮੈਂ ਸੁਧਾਰ ਲਿਆਉਣਾ ਚਾਹੁੰਦਾ ਆਪਣੀ ਕੌਮ 'ਚ। ਇਹਨਾਂ ਜਿਹੜੇ ਘੱਟ ਪੜ੍ਹੇ ਲਿਖੇ ਆ, ਮੈਂ ਉਹਨਾਂ ਨੂੰ ਉੱਥੇ ਭੇਜਣਾ ਚਾਹੁੰਦਾ ਜਿੱਥੋਂ ਮੈਂ ਪੜ੍ਹ ਕੇ ਆਇਆ। ਅੱਜ ਇੱਕ ਅੰਬੇਦਕਰ ਹੈ, ਕੱਲ ਨੂੰ ਸੈਂਕੜੋਂ ਅੰਬੇਦਕਰ ਪੈਦਾ ਹੋ ਜਾਣ। ਤੇ ਇੱਕ ਗੱਲ ਯਾਦ ਰੱਖਿਓ, ਨੇਤਾ ਔਰ ਸੰਤ ਬੜੇ ਅਹਿਮ ਨਾਮ ਹੁੰਦੇ ਆ। ਨੇਤਾ ਔਰ ਸੰਤ ਇਹ ਚਾਹਣ ਜਿੱਧਰ ਨੂੰ ਮਰਜੀ ਕੌਮ ਨੂੰ ਲੈ ਜਾਣ, ਜਿੱਧਰ ਚਾਹਣ। ਉਹ ਨੇਤਾ ਵੀ ਸੰਤ ਹੁੰਦੇ ਆ, ਪੂਰੀ ਦੁਨੀਆ ਦੇ ਨੇਤਾ ਸੰਤ ਕਹਿ ਰਹੇ ਹਨ। ਸਾਰੀ ਸਟੱਡੀ ਕਰਨ ਤੋਂ ਬਾਅਦ ਕਹਿ ਰਹੇ ਹਨ, ਜਿਹੜੇ ਐਜੂਕੇਸ਼ਨ ਤੋਂ ਬਹੁਤ ਡਰਦੇ, ਪੜ੍ਹਾਈ ਤੋਂ ਬਹੁਤ ਡਰਦੇ ਆ। ਸਾਰੀ ਦੁਨੀਆ ਦੇ ਨੇਤਾ ਔਰ ਸੰਤੋਂ ਕਹਿੰਦੇ ਜਿੱਦਨੇ ਸਾਰਾ ਸਮੂਹ ਪੜ੍ਹ ਲਿਖ ਗਿਆ ਤੇ ਮੈਨੂੰ ਲੀਡਰ ਕੌਣ ਮੰਨੂਗਾ। ਬਾਬੇ ਜਿਹੜੇ ਕਹਿੰਦੇ ਮੈਂ ਕਰਦੀ ਨਾਲ ਹੀ, ਆ ਬੀਬੀਆਂ ਬੜਾ ਖੁਸ਼ ਹੁੰਦੀਆਂ, ਬੜੀ ਪ੍ਰਚਾਰ ਕਰਦੀਆਂ, ਕਹਿੰਦੀ ਬਾਬਾ ਬੜਾ ਕਰਦੀਆਂ ਲਾਇਆ। ਤੇ ਬਾਬਾ ਆਟਾ ਇਹਨਾਂ ਤੋਂ ਹੀ ਮੰਗ ਰਿਹਾ, ਪੈਸੇ ਵੀ ਇਹਨਾਂ ਤੋਂ ਮੰਗ ਰਿਹਾ, ਤੰਦੂਰ ਤੇ ਰੋਟੀਆਂ ਵੀ ਇਹਨਾਂ ਕੋਲ ਲਵਾ ਦਿੰਦਾ ਲੰਗਰ 'ਚ, ਤੇ ਬਾਬਾ ਕਰਦੀ ਗੱਲ। ਮੈਨੂੰ ਯਾਦ ਹੈ ਮੇਰੇ ਸਕੂਲ 'ਚ ਘਟਨਾ ਹੋਈ ਸੀ ਜਿੱਥੋਂ ਮੈਂ ਸਿੱਖਿਆ। ਟੀਚਰਾਂ ਨੇ ਕਿਹਾ ਵੀ ਕੱਲ 5-5 ਰੁਪਏ ਲੈ ਕੇ ਆਣੇ ਸਾਰਿਆਂ ਨੇ। ਕਿਉਂ? ਕਿਉਂਕਿ ਸਕੂਲ 'ਚ ਜਾਦੂ ਦਿਖਾਇਆ ਜਾਏਗਾ, ਉਹਨੂੰ ਦੇਣੀ। ਅਸੀਂ ਸਾਰੇ 5-5 ਰੁਪਏ ਲੈ ਗਏ। ਅੱਧੀ ਛੁੱਟੀ ਤੋਂ ਬਾਅਦ, ਰਿਸੈਸ ਤੋਂ ਬਾਅਦ ਕਹਿੰਦੇ ਹੁਣ ਸ਼ੁਰੂ ਹੋਏਗਾ, ਗਰਾਊਂਡ 'ਚ ਆ ਜਾਓ ਸਾਰੇ ਬੱਚੇ। ਜਾਦੂਗਰ ਨੇ ਜਾਦੂ ਦਿਖਾਣੇ ਸ਼ੁਰੂ ਕਰਤੇ। ਖਾਲੀ ਡੱਬਾ ਚੱਕਿਆ, ਉਹਨੂੰ ਦੂਜੇ ਹੱਥ ਨਾਲ ਕੀਤਾ, ਕਬੂਤਰ ਕੱਢਤਾ, ਕਦੀ ਕੋਈ ਗੁਲਦਸਤਾ ਕੱਢਤਾ। ਅਸੀਂ ਖੁਸ਼ ਹੋ ਰਹੇ ਦੇਖ ਦੇਖ ਕੇ। ਟੀਚਰ ਜਿੱਦਾਂ ਤਾੜੀਆਂ ਮਾਰਨ, ਅਸੀਂ ਵੀ ਮਾਰ ਰਹੇ। ਥੋੜੀ ਦੇਰ ਬਾਅਦ ਜਾਦੂਗਰ ਨੇ ਇੱਕ ਗਲਤ ਕੰਮ ਕਰਤਾ, ਜਿਹੜੀ ਉਹਦੇ ਆਪਣੇ ਉਦੋਂ ਠੀਕ ਹੀ ਸੀ, ਪਰ ਸਾਡਾ ਦਿਮਾਗ ਖੁੱਲ ਗਿਆ। ਉਹਨੇ ਉਦੋਂ 1 ਰੁਪਏ ਦਾ ਨੋਟ ਹੁਣ ਆਉਂਦਾ ਨਹੀਂ, ਕੜਕ ਨੋਟ ਹੁੰਦਾ ਸੀ 1 ਰੁਪਏ ਦਾ,
छोटा जिहा, ऐदां उंगलियां दे विच ही सैट हो जांदा सी। उन्हें कड़क नोट इदा 1 रुपए का ते इदा करना शुरू किया, करी गया पूरी लैन बना के नोटां दी। ये गल साडे दिमाग च बैठ गई। जो टीचर ने कहा 5-5 रुपए दो, ने कहा असं कहनूं की लोड़ है 5-5 रुपए की, ये तो इदा हथ चों पैसे कढ़ रहा है। जिहड़ा हथ चों पैसे कढ़ रहा है इनू कहो सगों सानू पैसे दे के जावे साडे स्कूल के बेंच उत्ते। बेंचा दे लकड़ी दे विच सिਉਂਕ लगी हुई, जो असीं बहने सिਉਂਕ थल्ले चूड़ियां मरदी है, ये सानू पैसे दे के जावे। वो जादूगर ने फिर दस्या, कहना नहीं भी मैं कोई जादू नहीं, मेरे को मैं नहीं कुछ भी इदा का कर सकता, ये तो एक ट्रिक है, तुसीं भी सीख सकते हो। ट्रिक है, कहना ये ट्रिक तुसीं भी सीख सकते। तो मैनू लग्या जादूगर ईमानदार, बाबे तो ईमानदार ही नहीं होंगे। बाबे करते ट्रिक ही है, कहोगे मेरी करामात है। तो हुण देखो जो तो कोरोना शुरू होया 23 मार्च तो 1920 तो लॉकडाउन च आए हुए आपां, पूरा संसार ही आ तुहाडे रोड के उत्ते मैं चल के आया जो कपूरथले जलंधर तो बड़े बड़े पादरियां ने बोर्ड लगे हुए जिहड़े कहंदे जिथे दर्द हथ रख लो। पादरी, कादरी, मुल्ला, संत, ज्योतिषी सारे भज गए। 2 साल सवाल होने लगे, दूसरा साल शुरू हो गया, एक नहीं निकलिया कोरोना तो डरता। सारे ने दरवाजे बंद कर लए। ਜਿਹੜੇ ਕਹਿੰਦੇ ਸੀ ਹੱਥ ਰੱਖੋ ਦੁਆ ਨਾਲ ਠੀਕ ਕਰਾਂਗੇ। ਤੇ ਫਰਾਂਸ ਦੇ ਸਭ ਤੋਂ ਬੜੇ ਪਾਦਰੀ ਦੀ ਡੈਥ ਹੋਈ, ਜਿਹੜਾ ਚੈਲੰਜ ਕਰ ਰਿਹਾ ਸੀ, ਰੈਲੀ ਕਰ ਰਿਹਾ ਸੀ ਵੀ ਕੋਈ ਕੋਰੋਨਾ ਨਹੀਂ, ਸਾਡੀ ਦੁਆ ਬੰਦਗੀ ਬੜੀ ਹੈ, ਕੋਰੋਨਾ ਨਾਲ ਹੀ ਮਰਿਆ। ਇਹ ਕੀ ਚੀਜ਼ ਹੈ? ਔਰ ਬਾਬਾ ਸਾਹਿਬ ਅੰਬੇਦਕਰ ਦੇ ਜੀਵਨ ਦਾ ਸੰਘਰਸ਼ ਕੀ ਦੱਸਦਾ ਹੈ? ਇਹ ਦੱਸਦਾ ਆ भी उस परमेश्वर तो बाद जिन्हें सानू हाथ पैर दे के पैदा किया, उस तो बाद अगर कोई ताकत है तो इंसान है। और इंसान भी खास इंसान नहीं, सारे इंसान है, उस तो बाद ताकत। बाबिया के हत्थां च किहड़ी चमत्कार है, पर डॉक्टर के हत्थ च चमत्कार है। जिन्हें 20 साल तपस्या की, जिन्हें 20 साल पढ़ाई की है, ਉਹਦੇ ਹੱਥ ਚਮਤਕਾਰ ਹੈ। ਉਹ ਸਾਡੇ ਲਈ ਦਵਾਈ ਲਿਖਦਾ, ਅਸੀਂ ਠੀਕ ਹੋ ਜਾਂਦੇ ਹਾਂ। ਉਹ ਸਾਨੂੰ ਦੱਸਦਾ ਹੈ, ਟੈਸਟ ਕਰਵਾਉਂਦਾ ਆ, ਬਿਮਾਰੀ ਲੱਭ ਲੈਂਦਾ ਹੈ। ਤੇ ਇਹ ਬਾਬਿਆਂ ਨੇ ਤਾਂ ਮੈਂ ਇੱਕ ਹੋਰ ਚੀਜ਼ ਦੇਖਦਾ, ਬੀਬੀਆਂ ਬੈਠੀਆਂ ਜਿਹੜੀਆਂ ਬਜ਼ੁਰਗ ਹੋ ਜਾਂਦੀਆਂ ਆ, ਸਰਦੀ ਹੈ ਕਹਿੰਦੀਆਂ ਗੋਡੇ ਦੁਖਦੇ ਆ, ਤੇ डॉक्टर को जल्दी है सारी जिन्नियां बजुर्ग औरतां। बड़ी अजीब जी चीज देखता मैं, डॉक्टर को जाणगियां, डॉक्टर का सिर खा जाणगियां, जबकि डॉक्टर कहते भी गोडे अगर सर्दी का दुख रहा कोई दवाई नहीं होंगी, पर बेचारे करन की वो कभी बी कंपलैक्स दी गोलियां दे देंगे, कहते होर तो कुछ दे नहीं सकते, कभी बी कंपलैक्स के कैप्सूल दे देंगे वो पिछा छड़ाने लई। पर जे इन्हां दे घर च कोई बच्चा बीमार हो जाए, ਜਿਹੜਾ ਬੱਚਾ ਗੋਦੀ ਹੈ, ਛੋਟਾ ਆ, ਉਹਨੂੰ ਸਿਆਣਿਆਂ ਕੋਲ ਲੈ ਜਾਂਦੀ ਹੈ। ਆਪ ਡਾਕਟਰ ਕੋਲ ਜਾਊਗੀਆਂ, ਬੱਚੇ ਨੂੰ ਸਿਆਣੇ ਕੋਲ ਲੈ ਜਾਊਗੀ। ਸੋਚ ਕੇ ਦੇਖੋ, ਮੈਂ ਗਲਤ ਕਹਿ ਰਿਹਾ ਕਿ ਠੀਕ ਕਹਿ ਰਿਹਾ? ਸਾਰੀਆਂ ਬੀਬੀਆਂ ਆਪ ਡਾਕਟਰਾਂ ਕੋਲ, ਜਿੰਨੀਆਂ ਦਾਦੀਆਂ, ਤੇ ਬੱਚੇ ਨੂੰ ਸਿਆਣੇ ਕੋਲ। ਤੇ ਕਦੀ ਕਦੀ ਆਪਾਂ ਇਹ ਪਾਪ ਵੀ ਸਾਡੇ ਹੱਥੋਂ ਵੀ ਹੁੰਦਾ ਆ ਕਿ ਸਿਆਣੇ ਦੇ ਚੱਕਰ 'ਚ ਅਸੀਂ ਬੱਚਾ ਮਰਵਾ ਲੈਂਦੇ। ਉਹਦੇ ਕਾਤਲ ਹੈ ਅਸੀਂ ਵੀ ਤੇ ਸਿਆਣਾ ਵੀ, ਉਹ ਬਾਬਾ ਵੀ। ਪਰ ਮੂਰਖਤਾ ਕਿਹਦੀ ਹੈ? ਮੂਰਖਤਾ ਸਾਡੀ। ਅਸੀਂ ਇਹ ਮੂਰਖਤਾ ਕਰਦੇ ਹਾਂ ਤਾਂ ਉਹ ਬਾਬਾ ਕਰਦਾ ਹੈ। ਪਰ ਉਹ ਬਾਬਾ ਜਿਹਦਾ ਅਸੀਂ ਅੱਜ ਸ਼ਹੀਦੀ ਦਿਵਸ ਮਨਾ ਰਹੇ ਹਾਂ, ਜਿਹਨੂੰ ਸਾਰੀ ਕੌਮ ਦੇ ਬਾਬਾ ਕਿਹਾ, ਉਹ ਕਿਹੜਾ ਬਾਬਾ ਸੀ? ਉਹ ਕਲਮ ਵਾਲਾ ਬਾਬਾ ਸੀ, ਪਾ ਸਿੱਖਿਆ ਵਾਲਾ। ਉਹਦੀ ਸੋਚ ਇੱਥੇ ਖੜੀ ਸੀ। ਔਰ ਉਹ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ
जिन्हां ने अपने 4 बच्चे कुर्बान किए साडे उत्तों, अपनी पत्नी कुर्बान की, अपना आप कुर्बान किया, ते साडे तो मंगिया की? अब तुसी बाबियां ने जाने ना, वो तो कहने ना 5 वीरवार आना है, बाबे कहते 7 मस्या आना है, भी 7 वार तो आओगे आओगे, गाहक पक्का कर लिया। फिर डॉक्टर नहीं कहता इन्ना, डॉक्टर ने कहना दवाई लै लो, जे आराम ना आया 3 दिन बाद आ जाओ, जे ना आया। बाबे कहते 7 मस्या आना ही आना है, 5 वीरवार आना ही आना है, तो तुसी जाई भी जा रहे हो, और जाई भी जा रहे हो, ते पर इस गल ते गौर नहीं कर रहे भी बदलिया की, सुधार की आया। मैं अपनी दादी नाल ये सवाल किया सी, मेरी दादी पिंड तो सी, मलेरकोटले वाल पिंड सी उन्हां दा, अमरगढ़ दे कोल। मैं अपनी दादी नूं पुछया भी जिहड़ी अब तू चिराग करदी है ते किन्ना समा हो गया तैनूं करदी नूं? उन्हें अंदाजा लाया जिद्दां मोटा अंदाजा लाते हुंदे आ, कहंदी तुहाडी उम्र ऐनी हो गई, तुहाडे प्यो की उम्र ऐनी हो गई, ते तुहाडा प्यो मैनूं बहुत पहले तो 5-6 कुड़ियां ही हुईयां, फिर तुहाडे प्यो दा जदों होया हिसाब सूब ला के उन्हें दस्सिया, कहंदी 40 साल हो गए मैनूं करदी नूं। मैं कहा पहलों कौन करदा सी? कहंदा मेरी सੱਸ करदी सी, जान लगे मैनूं चार्ज देगी। मैं कहा तू जिथों आई उत्थे भी हुंदा सी कुछ इदां? कहंदी हाँ उत्थे भी हुंदा सी पिंड च, पर वो पीर होर सी, उत्थे दी देवी होर सी, जिहड़ी मैं इत्थे आके कीती ये देवी होर सी, ये पीर होर सी। देखो इदां भी है, जगह जगह बदलदे, नाल नाल एक एक दरिया टप्पदे ही बाबे बदलदे है, देवियां बदलदियां ने। मैं अपनी दादी नूं पुछया, मैं कहा मैनूं ये दस 40 सालां च तेरे जीवन च किहड़ी खुशहाली आई है? सारे 40 सालां दा ते अपने पिछले पिंड दा भी हिसाब जोड़ ला विच पेकियां नाल, ते दादी दीयां अखां भर गईयां, सचमुच कदे गैप च गई होनी पिछे तक। वो कहंदी पिंड च तां फिर भी ठीक सी, छोटे हुंदे तां मेरा प्यो ही नहीं सी सानूं निकलण दा दादा बाहर, ते जदों असीं थोड़ा वड्डियां होईयां मां नाल जे गईयां भी हैं किते काम च, तां भी असीं डंगरां दा गां मੱਝ दा गोहा चक्किया आ, पर शहर च आके तां आर्मी की गंदगी सिर ते चकनी पई। फिर मैं कहा हिसाब मंग, हिसाब मंग ना, जिहड़े चिरागां तो ही कमाई का तेल पा रहे हैं, उन्हां तो हिसाब मंग भी उन्हां ने तेरे जीवन नूं तां सगों होर नरक बनाता। ये हिसाब आपां मंगदे नहीं पे। ते वो बाबा साहब अंबेडकर जिन्हां ने अपने 4 बच्चे कुर्बान किए, कह रहा सी मैं कि अंग्रेज सरकार ने टकरांदे सी, 3 लाख की ग्रांट ली टकराए, और फिर टकराए 1930 तो 1930 की जो गोलमेज कॉन्फ्रेंस हुई, उस तो पहले उन्होंने लैटर लिखने शुरू किए अंग्रेज सरकार को भी जे तुसी 1930 की गोलमेज कॉन्फ्रेंस च सारे लोगों को बुला रहे हो देश की आज़ादी की गल करने लई, ते मैनू भी बुलाओ, मैं अपनी कौम वालों आना। जा कौन रहे सी? कांग्रेस के मैंबर, कम्युनिस्ट पार्टियां के मैंबर, जिन्होंने गदर भी कहते पंजाब च गदर पार्टी। दूजे कौन जा रहे सी? मुस्लिम लीग के मैंबर। होर कौन जा रहे सी? जिहड़ियां छोटियां छोटियां रियासतां सी, जिद्दां कपूरथला, तुहाडा कपूरथले दा राजा, नाभे दा राजा, पटियाले दा राजा, इदां ही अगे चल जाओ भोपाल दा राजा, ग्वालियर दा राजा, उन्हां दी एक यूनियन बनी हुई सी। उन्हां दे डेलीगेट भी जाणगे कि जी जे देश आजाद हो गया तो राजा का की होगा, राजे के महल का की होगा, उन्होंने अपनी अपनी चिंता। इदां ही धर्मां के प्रतिनिधि भी जा रहे थे, सिख डेलीगेट भी जा रहे थे। उदों बाबा साहब अंबेडकर लड़े अंग्रेज सरकार नाल, वो कहते सानू भी बुलाओ, मैनू बुलाओ। मैं तुहानू दसना चाहना भी असीं डबल गुलाम है, एक देश गुलाम है जो तुहाडा गुलाम है, ईस्ट इंडिया कंपनी का गुलाम है पूरा देश, और उस देश से असीं गुलाम है। क्यों?
ਜਿਹਦੇ ਬਾਰੇ ਪੱਕਾ ਪ੍ਰਚਾਰ ਕੀਤਾ ਹੋਇਆ, ਦਿਮਾਗ 'ਚ ਬਿਠਾਇਆ ਹੋਇਆ ਵੀ ਤੁਸੀਂ ਪਿਛਲੇ ਜਨਮ ਦੇ ਪਾਪੀ ਹੋ, ਤੁਸੀਂ ਆਜ਼ਾਦ ਹੋਣ ਬਾਰੇ ਸੋਚਣਾ ਹੀ ਹੋ। ਬਸ ਤੁਸੀਂ ਹੈਗੇ ਗੁਲਾਮ ਤੇ ਹੈਗੇ, ਤੁਸੀਂ ਗੋਹਾ ਕੂੜਾ ਚੱਕਣਾ ਤੇ ਚੱਕਣਾ, ਤੁਸੀਂ ਡੰਗਰ ਮਰਿਆ ਚੱਕਣਾ ਤੇ ਚੱਕਣਾ, ਤੁਸੀਂ ਸੀਵਰ 'ਚ ਉਤਰਨਾ, ਮਰਨਾ ਤੇ ਮਰਨਾ, ਇਸ ਤੋਂ ਅੱਗੇ ਸੋਚਣਾ ਨਹੀਂ। ਉਹ ਕਹਿੰਦੇ ਮੈਂ ਉਹਨਾਂ ਦੀ ਗੱਲ ਕਰਨ ਲਈ ਆਣਾ ਹੈ। ਤੇ ਲੜਾਈ ਲੜ ਕੇ ਜਦੋਂ ਕਾਮਯਾਬ ਹੋਏ, ਜਦੋਂ ਲੈਟਰ ਆਇਆ ਬਾਬਾ ਸਾਹਿਬ ਅੰਬੇਦਕਰ ਨੂੰ ਵੀ ਤੁਸੀਂ 1930 ਦੀ ਗੋਲਮੇਜ ਕਾਨਫਰੰਸ ਆ ਸਕਦੇ ਹੋ, ਤੁਸੀਂ ਵੀ 7 ਕਰੋੜ ਅਛੂਤਾਂ ਦੇ ਡੈਲੀਗੇਟ ਹੋ। ਉਦੋਂ ਜਦੋਂ ਬਾਬਾ ਸਾਹਿਬ ਅੰਬੇਦਕਰ ਘਰ ਆਏ, ਖੁਸ਼ੀ 'ਚ ਇਹ ਗੱਲ ਦੱਸਣ ਲਈ ਆਪਣੇ ਪਰਿਵਾਰ ਨੂੰ ਕਿ ਮੈਨੂੰ ਬੁਲਾਇਆ, ਮੈਂ ਹੁਣ ਜਾਊਂਗਾ। ਪਰ ਜਦੋਂ ਘਰ ਆਏ ਤੇ ਦੇਖਿਆ ਮਾਹੌਲ, ਘਰ 'ਚ ਮਾਹੌਲ ਗਮਗੀਨ ਸੀ, ਦੁਖਦਾਈ ਮਾਹੌਲ ਸੀ, ਸਾਰੇ ਉਦਾਸ ਜੇ ਘੁੰਮ ਰਹੇ। ਪੁੱਛਿਆ ਬਾਬਾ ਸਾਹਿਬ ਅੰਬੇਦਕਰ ਨੇ ਵੀ ਕੀ ਹੋਇਆ, ਤੇ ਉਹਨਾਂ ਦੀ ਪਤਨੀ ਨੇ ਦੱਸਿਆ ਵੀ ਆਪਣੇ ਬੱਚਾ ਗੰਗਾਧਰ, ਅੱਜ ਡਾਕਟਰਾਂ ਨੇ ਇਹਨੂੰ ਜਵਾਬ ਦਿੱਤਾ। ਡਾਕਟਰਾਂ ਨੇ ਕਿਹਾ ਵੀ ਇਹਨੂੰ ਕਿਸੇ ਬੜੇ ਹਸਪੀਟਲ 'ਚ ਲੈ ਜਾਓ, ਅਸੀਂ ਇਲਾਜ ਨਹੀਂ ਕਰ ਸਕਦੇ। ਬਾਬਾ ਸਾਹਿਬ ਚੁੱਪ ਹੋ ਗਏ, ਲੈਟਰ ਜੇਬ 'ਚ ਰੱਖਿਆ, ਚੁੱਪ ਉਦਾਂ ਹੀ। ਕਿੱਦਾਂ ਦੱਸਣ ਵੀ ਆ ਮੈਂ ਖੁਸ਼ੀ ਅੱਜ ਜਿੱਤ ਕੇ ਆਇਆ। ਇਹ ਬਰਾਬਰ ਹੁੰਦਾ ਹੈ ਜੀਵਨ 'ਚ, ਸੁੱਖ ਔਰ ਦੁੱਖ ਬਰਾਬਰ ਜੁੜੇ ਹੋਏ ਹੁੰਦੇ। ਸ੍ਰਿਸ਼ਟੀਕਰਤਾ ਵਾਲਮੀਕੀ ਦਿਆਵਾਨ ਕਹਿੰਦੇ ਆ, ਉਹ ਕਹਿੰਦੇ ਸੁੱਖ ਔਰ ਦੁੱਖ ਉਦਾਂ ਕੁਝ ਵੀ ਨਹੀਂ, ਸਾਡੇ ਮਹਿਸੂਸ ਕਰਨ ਤੇ ਆ। ਉਹਨੂੰ ਤੁਸੀਂ ਸੁੱਖ ਮੰਨ ਸਕਦੇ, ਉਹਨੂੰ ਤੁਸੀਂ ਦੁੱਖ ਵੀ ਮੰਨ ਸਕਦੇ, ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਉਹਦੇ 'ਚ। ਠੋਕਰ ਨੂੰ ਦੁੱਖ ਵੀ ਮੰਨ ਸਕਦੇ ਹੋ, ਠੋਕਰ ਨੂੰ ਸਿੱਖਿਆ ਵੀ ਮੰਨ ਸਕਦੇ ਹੋ ਵੀ ਅੱਗੇ ਤੋਂ ਮੈਂ ਆਏ ਪੱਥਰ ਤੋਂ ਬਚ ਕੇ ਨਿਕਲਣਾ। ਦੋਨੋਂ ਚੀਜ਼ਾਂ। ਬਾਬਾ ਸਾਹਿਬ ਅੰਬੇਦਕਰ ਉਦਾਸ ਹੋ ਗਏ। ਉਹ ਵੀ ਪਹਿਲੋਂ ਵੀ ਬੱਚਿਆਂ ਦੀ ਮ੍ਰਿਤੂ ਹੋ ਚੁੱਕੀ ਸੀ, ਫਿਰ ਇੱਕ ਬੱਚਾ ਮ੍ਰਿਤੂ ਦੇ ਬਿਲਕੁਲ ਕਿਨਾਰੇ ਤੇ ਖੜਾ ਸੀ, ਮੌਤ ਦੇ। ਬਾਬਾ ਸਾਹਿਬ ਅੰਬੇਦਕਰ ਚੁੱਪ ਹੋ ਗਏ। ਪਰ ਮੈਂ परमात्मा वाल्मीकि दयावान कहते हैं कि जननी और जन्मभूमि स्वर्ग से भी बढ़कर है, मावा लिखा है। जिन्होंने लिए गुरु नानक देव जी कहते ना, तिनकू मंदा आखिए जिन जम्मे राजान। उन्होंने सृष्टिकर्ता वाल्मीकि दयावान कहते हैं कि मां की गोद च वो सुख है जो स्वर्ग च भी मिलेगा। वो मां की गोद, और उम्र नाल संबंध नहीं भी तुसी बड़े हो गए हो, बड़े हो गए, चिट्टी दाढ़ी आ गई, इन्ना कोई संबंध नहीं। मां की गोद च अज भी सिर रख दईए, और मां जो सिर के उत्ते हथ रखती है तो दुनिया दी सारियां टेंशनां दूर हो जाती। लगता है सचमुच भी ये हथ ने सारे मेरे दुख खिंच ले। एक होर जगह लिखते परमात्मा वाल्मीकि दयावान, वो कहते कन्या रतन जिन्हों आप मारना शुरू किया होया है, पेट च ही मारन लिए तैयार बैठे हैं, उस कन्या रतन बारे लिखा सृष्टिकर्ता वाल्मीकि दयावान कहते हैं कि कई जन्मां के पुरुषार्थ तो बाद बेटी प्राप्त होती है, एक कन्या रतन प्राप्त होता है। और एक कहावतां च नहीं, हुण देखो मैं साबित कर रहा तुहाडे विच, तुसी कदी अपना कोई यार दोस्त घर ले आते हो सकता थोड़ा पुराना यार दोस्त हो, 2 साल 5 साल 10 साल का, पर घर तुसी पहली बारी लैके आए हो। घर च तुहाडी मां है या तुहाडी भैन है, तुहाडी पत्नी है, बेटी है, कोई भी है। याद करो घटदियां सारियां नाल घटनावां, मेरे नाल भी घटदी, तुहाडे नाल भी। वो आईया मिलिया किन्नी कि देर तुहाडे दोस्त नूं सिर्फ चाह रखण आईयां, इन्ना की ना अपने घर सिस्टम बह के गल तो असीं करदी हैं, उन्होंने नहीं बिठाया जाता, बीबियां नहीं कोल बिठाते, चाहे मां होवे उन्होंने नहीं बिठाते। वो इन्नी कि देर जिन्नी देर चाह रखण आंदियां ना, उन्नी देर च सारा नक्शा खिंच लैंदियां। ये समझ है इन्हां दे कोल। उहदे जान तो बाद तुहानूं कहंदियां कई बार कि देखो जी दोस्त तुहाडा होएगा, हो सकदा तुहाडे नाल ठीक होवे, पर मैनूं बंदा ठीक नहीं लग्या तो तुसीं अगे उहनूं ना ले। और सारिआं नूं नहीं कहंदियां, जिहड़ा गलत होवे ये समझ केवल इहदा कोल आदमी कोल नहीं,
ਇਹ ਸਮਝ ਔਰਤਾਂ ਕੋਲ ਹੈ। ਹੋਰ ਸਮਝ ਹੈ, ਮੈਨੂੰ ਕਈ ਵਾਰ ਬੇਟੀਆਂ ਦਾ ਫੋਨ ਆਉਂਦਾ ਜਿਹੜੀਆਂ ਕਾਲਜ ਪਹਿਲੀ ਵਾਰ ਜਾਂਦੀਆਂ ਆ, ਪਿੰਡ ਤੋਂ ਬੱਸ ਚੜ੍ਹਦੀਆਂ ਆ, ਬੜੀ ਮੁਸ਼ਕਲ ਹੁੰਦੀ ਉਹਨਾਂ ਨੂੰ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਬੇਟੇ ਵੀ ਡਰਨਾ ਨਹੀਂ, ਮੁਕਾਬਲਾ ਕਰਨਾ ਹੈ ਹਾਲਾਤਾਂ ਦਾ, ਮੁਕਾਬਲਾ ਕਰਕੇ ਅੱਗੇ ਵਧਣਾ ਹੈ। ਤਾਕਤ ਹੈ ਇਹਨਾਂ ਦੇ ਕੋਲ ਕਿ ਏਦਾਂ ਹੱਥ ਰੱਖ ਦਵਾਂ ਨਾ ਮੈਂ ਕਿਸੇ ਬੇਟੀ ਦੇ ਕੰਧੇ ਤੇ, ਮੋਢੇ ਤੇ, ਕੁਝ ਸੈਕਿੰਡ ਲੱਗਣੇ, ਕੁਝ ਸੈਕਿੰਡ ਉਹਨੂੰ ਇਹ ਦੱਸਣ ਚ ਵੀ ਇਹ ਪਿਓ ਦਾ ਹੱਥ ਹੈ, ਭਰਾ ਦਾ ਹੱਥ ਹੈ ਜਾਂ ਕਿਸੇ ਮੁਸਟੰਡੇ ਦਾ ਹੱਥ। ਹੱਥ ਇੰਨੀ ਤਾਕਤ ਹੈ ਇਹਨਾਂ ਦੇ ਕੋਲ। ਤੇ ਆਪਾਂ ਕੀ ਕਰਦੇ ਆ, ਜਦੋਂ ਕੋਈ ਗੱਲ ਸਮਝ ਗਿਆ ਨਾ, ਤੁਸੀਂ ਤੂੰ ਪਰ ਜਾ, ਤੇਰੇ ਸਮਝ ਦੀ ਗੱਲ ਨਹੀਂ ਹੈ, ਤੇਰੇ ਮਤਲਬ ਦੀ ਨਹੀਂ। ਤੇ ਬਾਬਾ ਸਾਹਿਬ ਅੰਬੇਦਕਰ ਆਪਣੀ ਪਤਨੀ ਨਾਲ ਗੱਲ ਪਹਿਲੋਂ ਕਰਦੇ ਹੁੰਦੇ ਸੀ, ਮਾਂ ਰਮਾਬਾਈ ਨਾਲ। ਮਹਾਤਮਾ ਰਾਵਣ ਉਹਨਾਂ ਦੇ ਦਰਬਾਰ 'ਚ ਉਹਨਾਂ ਦੀ ਪਤਨੀ ਮਾਂ ਮੰਦੋਦਰੀ ਬਰਾਬਰ ਬਹਿੰਦੀ ਹੁੰਦੀ ਸੀ। ਔਰ ਬਹਿਣਾ ਹੀ ਨਹੀਂ ਖਾਲੀ ਵੀ ਕੋਈ ਇੱਕ ਗੁਲਦਸਤਾ ਰੱਖਤਾ। ਜਦੋਂ ਚਰਚਾ ਹੁੰਦੀ ਸੀ ਮੰਤਰੀ ਮੰਡਲ 'ਚ ਕਿਸੇ ਵਿਸ਼ੇ ਤੇ ਜੇ ਮਾਂ ਮੰਦੋਦਰੀ ਨੇ ਹੱਥ ਖੜਾ ਕਰਤਾ ਤੇ ਪ੍ਰਸਤਾਵ ਉੱਥੇ ਰੁਕ ਜਾਂਦਾ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ, ਆਪਣਾ ਦੱਸੋ ਤੁਹਾਡਾ ਕੀ ਕਹਿਣਾ ਇਸ ਵਿਸ਼ੇ ਦੇ ਉੱਤੇ। ਜਦੋਂ ਲੰਕਾ ਦੀ ਸੁਰੱਖਿਆ ਬਾਰੇ ਸਵਾਲ ਆਇਆ, ਜਿੱਦਾਂ ਦੇਸ਼ ਆਪਣੀ ਸੁਰੱਖਿਆ ਕਰਦੇ ਆ ਵੀ ਕਿੱਥੇ ਤੋਪਾਂ ਖੜੀਆਂ ਕਰਨੀਆਂ, ਕਿੱਥੇ ਟੈਂਕ ਲਾਣੇ, ਕਿੱਥੇ ਟਾਵਰ ਬਣਾਣੇ ਆ, ਕਿੱਥੇ ਰਡਾਰ ਲਗਾਣੇ ਆ, ਜਦੋਂ ਲੰਕਾ ਦੀ ਸੁਰੱਖਿਆ ਬਾਰੇ ਆਇਆ ਤੇ ਲੰਕਾ ਦੀ ਸੁਰੱਖਿਆ ਦਾ ਨਕਸ਼ਾ, ਉਹਦਾ ਬਲੂਪ੍ਰਿੰਟ ਮਾਂ ਮੰਦੋਦਰੀ ਨੇ ਤਿਆਰ ਕੀਤਾ ਸੀ। ਉਹੀ ਬਲੂਪ੍ਰਿੰਟ ਹੈ ਜਿਹਨੂੰ ਅੱਜ ਤੁਸੀਂ ਸ਼ਤਰੰਜ ਬਣਾ ਕੇ ਖੇਡਦੇ ਹੋ। ਇਹ ਮਾਂ ਮੰਦੋਦਰੀ ਦੀ ਬਣਾਈ ਹੋਈ ਹੈ ਸ਼ਤਰੰਜ। ਕਦੀ ਸਰਚ ਕਰ ਲਿਓ ਜਦੋਂ ਮਰਜੀ ਵੀ ਸ਼ਤਰੰਜ ਕਿਹੜੇ ਬਣਾਏ। ਮਾਂ ਮੰਦੋਦਰੀ ਮਹਾਤਮਾ ਰਾਵਣ ਦੀ ਪਤਨੀ ਨੇ, ਜਿਨ੍ਹਾਂ ਨੂੰ ਬੁਰਾ ਕਰਕੇ ਦਿਖਾਇਆ ਜਾਂਦਾ, ਰਾਖਸ਼ ਰਾਖਸ਼ ਰਾਖਸ਼। ਦੇਖੋ, ਤੇ ਜਦੋਂ ਘਰ ਬਣਾਉਂਦੇ ਆ ਤੇ ਮੁਖੋਟਾ ਵੀ ਰਾਖਸ਼ ਦਾ ਲਗਾਉਂਦੇ ਆ, ਕਹਿੰਦੇ ਨਜ਼ਰ ਹੀ ਲੱਗੂਗੀ ਇਹਦੇ ਨਾਲ। ਯਾਰ ਇਹ ਰਾਖਸ਼ ਦੇ ਮੁਖੋਟਾ ਇੱਕ ਲੋਹੇ ਦਾ ਪੱਤਰਾ ਜਾਂ ਕੱਟ ਕੇ ਲਾ ਦਿੰਦੇ ਆ। ਜੇ ਉਹਦੀ ਫੋਟੋ ਨਾਲ ਹੀ ਇੰਨੀ ਤਾਕਤ ਉਹਦੀ ਫੋਟੋ 'ਚ ਵੀ ਨਜ਼ਰ ਨਹੀਂ ਲੱਗੂਗੀ, ਤੇ ਸੋਚੋ ਰਾਖਸ਼ ਦੇ ਵਿੱਚ ਆਪਣੀ 'ਚ ਕਿੰਨੀ ਤਾਕਤ ਹੋਊਗੀ, ਉਹਦਾ ਚਰਿੱਤਰ ਆਪਣਾ ਕਿੰਨਾ ਵਧੀਆ ਹੋਊਗਾ, ਜਿਹਦੇ ਇੱਕ ਮੁਖੋਟੇ ਨਾਲ ਬੁਰੀ ਨਜ਼ਰ ਨਹੀਂ ਲੱਗਦੀ। ਇਹ ਚਰਿੱਤਰ ਸੀਗੇ। ਤੇ ਬਾਬਾ ਸਾਹਿਬ ਅੰਬੇਦਕਰ ਉਦਾਸ ਹੋ ਗਏ। ਸ਼ਾਮ ਦਾ ਖਾਣਾ ਖਾਧਾ, ਉਹੀ ਬੱਚੇ ਦੇ ਕੋਲ ਆ ਕੇ ਬੈਠ ਗਏ, ਗੰਗਾਧਰ ਦੇ ਕੋਲ। ਮਾਂ ਬੈਠੀ, ਬੱਚੇ ਦਾ ਸਿਰ ਆਪਣੀ ਗੋਚ ਰੱਖਿਆ, ਬਾਬਾ ਸਾਹਿਬ ਅੰਬੇਦਕਰ ਪੈਰਾਂ ਵਾਲੇ ਪਾਸੇ ਬਹਿ ਗਏ। ਬੈਠੇ, ਕੰਧ ਨਾਲ ਕਮਰ ਲਗਾ ਲਈ ਤੇ ਮਾਂ ਰਮਾਬਾਈ ਨੇ ਪੁੱਛਿਆ, ਸਾਹਿਬ ਕਿਆ ਕਰਦੀ ਸੀ? ਸ਼ੁਰੂ ਤੋਂ ਸਾਹਿਬ ਨਾਮ ਰੱਖਿਆ ਉਹਨੇ ਬਾਬਾ ਸਾਹਿਬ ਅੰਬੇਦਕਰ। ਸਾਹਿਬ क्या बात है? वो कहने नहीं कुछ नहीं। फिर पूछा, साहब की गल है? बाबा साहब अंबेदकर कहने कुछ नहीं, बच्चा बीमार है, तू भी, तेनू भी है, मैनू भी, तो मेरा भी तो बच्चा है। वो कहनी नहीं, मैं पत्नी है तुहाडी, किन्ने साल तो मैं जानदी तुहाडे चेहरे नूं, मैं पढ़ रही है कि इस गंगाधर तो इलावा भी कोई चिंता तुहाडे चेहरे ते हैगी, मैनूं दसो की है। फिर बाबा साहब अंबेदकर ने लैटर दिखाया कि अज वो लैटर आ गया जिन्हें लैनी लड़ाई लड़ी है। ते मां रमाबाई ने पता उस टाइम की किया? देखो एक आपा हैं, हुणी कोई कह रहा थोड़ा बच्चा खेलता खेलता रगड़ खा के गिर गया, मालिक रगड़ी लगी है, उठ के भज लेना। मैं किसान अंदोलन तो यह भी कहा, भी सीखो, किसान अंदोलन च 750 लोग मरे हैं, पर अंदोलन नहीं उठा, अंदोलन नहीं उठा। उन्होंने डेड बॉडी का सम्मान किया है, 4 बंदे नाल भी गए, पिंड तक घर दे विच पहुंचे, पर अपना धरना नहीं चलिया, उत्तेजित नहीं हुए। 750 लोग मरे होण, अपनी सहनशीलता बना के रखी, अपना सबर नहीं टुटन दिता। ते बाबा साहब अंबेदकर नूं मां रमाबाई ने कहा, नहीं साहब आप एक बच्चे की चिंता कर रहे हो,
ये आपको जो सम्मान दिया ना कौम ने, बाबा कहती है आपको कौम, 7.5 करोड़ लोग आपको बाबा कहते हैं। पिता होना, बाप बनना, ये तो बड़ा आसान काम है, हर किसी की शादी होती पिता बन जाता है, मगर 7 करोड़ लोगों का बाबा बनना, ये सम्मान सबको नहीं मिलता। और आपका पहला फर्ज उनके प्रति, इसके प्रति नहीं, इसको मैं ले जाऊंगा, इसकी बुआ साथ चल जाएगी, मासी चले जाएगी, कोई चले जाएगा मोहल्ले। आपका दायित्व आपके 7 करोड़ दलित बच्चों के लिए, अछूत बच्चों के, जिन्हें तुम बाबा क्या है, जिन्हें बाबा कह के गल कर दिया। और बाबा साहब अम्बेडकर चले गए लंदन मीटिंग ਲਈ, ਪਿੱਛੋਂ उस बच्चे की मृत्यु हो गई। एक मृत्यु इदां ਦੀ भी हुई बाबा साहब अम्बेडकर के बच्चे की कि जिद्दां आपां किसी दी मृत्यु तो बाद, मौत तो बाद उन्होंने घर जाके बहने हैं शोक च, फिर जिद्दां ही 10-11 वायदे देंदे, फिर कहीदा चलो जी कफन कुफन ले आइए जाके, पंचायत के 2 बंदे चल जाएंगे। जो ये गल हुई, पंचायत के बंद ने कहा कि कफन ले आ रहे हैं, तो मां रमाबाई गई अंदर, साड़ी फाड़ के ले आई कि पैसे है नहीं, आ साड़ी ये उत्ते पा लो, तेरी अंतिम विदायगी है। इनू की पता, जिन्होंने दवाई नहीं दे सके उन्होंने की पता लगेगा नवा कफन है पुराना है, ले जाओ। ये दिन गुजारे बाबा साहब अम्बेडकर, आप इत्थे बैठे हैं, तां माइक लगाने का अधिकार है, ये किसी सरपंच ने, MLA ने नहीं दिता सन। बाबा साहब अम्बेडकर के 4 बच्चों ने जिहड़े कुर्बान हुए, ये उन्होंने का दिता हुआ, मां रमाबाई का दिता हुआ अधिकार है। वो 32,000 किताबां सी बाबा साहब अम्बेडकर को, इस करके फिर देश ने चुनिया, पूरे देश के पार्लीमेंट ने चुनिया कि संविधान कौन लिखेगा। पहली PhD उन्होंने, जिहड़ी उन्होंने पहली PhD सी, मनमोहन सिंह तो अगे ले जा सकती सी उन्होंने। उन्होंने पहली PhD कोलंबिया यूनिवर्सिटी दी हुई, वो अर्थशास्त्र ते सी, इकनॉमिक्स दे, कि जो इकनॉमिस्ट भी बनते, एक अर्थशास्त्री भी बनते, ते तां भी बाबा साहब अम्बेडकर अपने जीवन जानी जिन्ना नहीं सोचा उन्ना कुछ प्राप्त कर सकते, पर वो की बने, वो साडे बाबा बने रहे। बाबा पिता जिन्होंने बच्चे की एनी एनी चीखते भी, आवाज से भी पीड़ा होंगी है, उदा साडे बने रहे। ते मंगया कि वो 5 वीरवार नहीं मंगे, 7 मस्सिया नहीं मंगिया जिदा बाबे मंगते तुहाडे कोल, गाह पक्का करते हैं कि 7 कह दो, 7 वार तो आएंगे ही आएंगे, होर भी लियाएंगे किसी को, गाहक बनाते पक्का। तो बाबा साहब अम्बेडकर ने की मंगया, पहला शब्द उन्होंने कहा कि शिक्षित हो जाओ, आ मंगया, तो उन्होंने कहा भी शिक्षित हो जाओ, और दूसरा लफ्ज की बोलिया कि शिक्षित होने तो बाद वो शिक्षित नहीं बनना। मैं उन्होंने पढ़िया, पंजाब कवि होया एक पाश, बहुत क्रांतिकारी कवि सी पाश, कभी पढ़ी हो, पूरी कविता की सब तो बुरा की हुंदा है, कहना सब तो बुरी पुलिस की कुट दी मार नहीं होंगी, पुलिस वो भी सब तो बुरी नहीं है, सपड़िया का टुट जाना भी कहना सब तो बुरा नहीं है। सब तो बुरा है जो तुसी आप कायर हो जाते हो, जो शाम को 5 बजे घर आके वड़ते अंदर ते सवेरे 9 बजे बाहर निकलते हो, समाज नाल कोई संबंध ही नहीं, एक कमाई ते एक परिवार, बस। वो कहना सब तो बुरा ही।
फिर समाजिक जीव कित्थों होए असीं? फिर तो बाड़े च बड़े जानवर हैं, बाड़े च बड़े सवेरे निकले आए। बस जानवर तो साढ़े चलना फर्क है। वो बाड़े नूं कोई आदमी खोलदा है, ये असीं अपने आप बाहर आ जाते हैं भी चलो भी नौकरी का टाइम हो गया। दूजा शब्द की क्या बाबा साहब अंबेडकर ने कि सिक्खत होने तो बाद संगठित होना, इकट्ठे होना जरूरी है, जुड़ना जरूरी है। आज कई ऐसे भी मिलते पढ़े लिखे सानू साडी कौम वो कहने बस और कुछ करने की लोड़ नहीं, अपने बच्चे पढ़ाओ। भी तेनू अपने बच्चे पढ़ाने तो किहड़े रोकिया है? ये कित्थे गया किसी ने भी अपने बच्चे ना पढ़ा? अपने बच्चे पढ़ाओ पर कौम के नाल जुड़ के तो रहो। जिन्हों ने सारे प्रधानमंत्री हुए हैं, जिन्होंने हुण तक देश एक दो प्रधानमंत्री छड़ दिए, मनमोहन सिंह की गल बाहर कढ़ दिए, सारे दे सारे हिंदू, सारे राष्ट्रपति भी एक दो कर दो विचों, सारे राष्ट्रपति हिंदू, सारिया फौजां ते कब्जा, सारे व्यापार ते कब्जा। अज तक व्यापार ते तो जानी कुछ परवाना नहीं हो गया उन्होंने। वो भी अज नारा लाते, फिर भी कभी शिवसेना के राही, कभी बजरंग दल के राही, कभी RSS के राही कि हिंदू धर्म खतरे च। देखो जिन्हों को सारा कुछ है, सारिया चीजों पर कब्जा करी बैठे। वो कह रहा सानू जरूरत है इकट्ठे होने की, खोल की, ते जिहदे कोल कुछ भी नहीं, जिहदे कोल ना शिक्षा, जमीन ते कब्जा ही नहीं, जमीनां जो अलॉट होंदियां कभी सरकार वालों, वो भी जिहड़ा बाहर है वो छड्डदा ही नहीं। वो कहना छड़ा के दिखा ला, आपां उही डर जाते हैं, उही डर जाते। मैं तुहानूं मिसाल दस दवां, 1986 वाल्मीकि तीर्थ के लिए अरेस्ट हुए, सानू गिरफ्तार कर लिया 1986 6 जनवरी 1986 ਨੂੰ। ਅੰਮ੍ਰਿਤਸਰ ਉਹੀ ਭਗਤਾਲਾ ਜਿਹੜੀ ਮੰਡੀ ਚ ਤੁਸੀਂ ਜਾਣੇ ਯੋਗੀਮਾ ਪਰਵਤ ਤੇ, ਉਹਦੇ ਬਾਹਰ ਚੌਂਕ ਤੇ ਵਾਲਮੀਕੀ ਮੰਦਿਰ ਹੈ। ਉਸ ਮੰਦਿਰ ਤੋਂ ਸਾਨੂੰ ਸਵੇਰੇ 5 ਵਜੇ ਅਰੈਸਟ ਕੀਤਾ ਗਿਆ। ਸਵੇਰੇ 5 ਵਜੇ ਅਰੈਸਟ ਕੀਤਾ, ਰਾਤ 11 ਵਜੇ ਤੱਕ ਇੱਕੋ ਹੀ ਸਵਾਲ ਸਾਨੂੰ ਪੁੱਛਦੇ ਰਹੇ, ਤੁਹਾਡੇ ਪਿੱਛੇ ਕੌਣ ਹੈ, ਤੁਹਾਨੂੰ ਕਿਹਨੇ ਭੇਜਿਆ ਵਾਲਮੀਕੀ ਤੀਰਥ ਵੱਲ? ਇੱਕੋ ਹੀ ਸਵਾਲ। ਤੇ ਪੰਜਾਬ ਕੇਸੀ ਚ ਖਬਰ ਕੀ ਛਪੀ कि वाल्मीकि तीर्थ तो 4 उग्रवादी पकड़े गए। उग्रवादी लिखा है शब्द, उग्रवादी स्पेशल। 4 उग्रवादी पकड़े गए हैं, 2 सहजधारी है ते 2 केसाधारी है। जिहड़ा साडे ते केस पाया, इक्को ही सवाल पूछी गए, तुहाडे पिछे कौन है, इस साजिश के पिछे कौन है? ते जदों असीं कही तुसीं अपनी इंक्वायरियां करो, अस तो अखबार च करा के आए हैं भी सैकड़ रैली वाल्मीकि तीर्थ मत्था टेकन जाएगी। मैं हम एक कमेडियन सुन रहा सी, बड़ा विद्वान कमेडियन है। वो कहता मैं एक मॉल च गया तो मॉल च लाइन लगवाई हुई भी पहले तलाशी लवांगे फिर अंदर बड़ियो मॉल च। कहना चलो मैं कल लै लो। अगे कहना अंदर मॉल के अंदर सिनेमा हॉल, उन्होंने अलग लाइन लवाई हुई, वो फिर दोबारा तलाशी लै रहे। कहना मैं उन्होंने कहा भी अगर कोई मान लो बंब लैके आऊगा वो लाइन च लगूगा भी हाँ मैं लाइन च लग्या है, पकड़ लो इन्हों। वो तो अपना स्कीम लगा के आएगा, वो कोई प्लानिंग होएगी जो बंब लैके आएगा, तुसीं लाइन च लंबी जा रहे हैं ते घटनावां फिर हो जाती है। जो सारा दिन उन्होंने सर ते ला लिया, असीं भी कहा भी अखबार च खबर भी है, साइकिलों ते उग्रवादी नहीं आते होंगे, असी साइकिलों ते आए। साढ़े नाल 13 साल का बच्चा भी आया है। उदों सवेर नूं, दूजे दिन सवेर नूं सानूं कहंदे आ जाओ बाहर धुप्पे बह जाओ। असीं धुप्पे बह गए ते मुंशी रिपोर्टां लिख रहा सीगा, कहंदा यार सानूं हुण सानूं इह लभना पैना
ਵੀ ਤੁਸੀਂ ਅਸਲੀ ਵਾਲਮੀਕ ਹੈਗੇ, ਮਜਬੀ ਕਿ ਨਹੀਂ ਹੈਗੇ। ਮੈਂ ਕਿਹਾ ਉਹ ਕਿਉਂ? ਕਹਿੰਦੇ ਸਾਡੇ ਜਦੋਂ ਕਤਲ ਅਸੀਂ ਦਰਜ ਕਰਦੇ, ਥਾਣਾ ਲੋਕੋਕੇ ਦੀ ਗੱਲ ਹੈ, ਕਹਿੰਦੇ ਜਦੋਂ ਅਸੀਂ ਕੇਸ ਦਰਜ ਕਰਦੇ ਨਾ ਕਤਲ ਦਾ, ਭਾਵੇਂ 4 ਜੱਟਾਂ ਦਾ ਨਾਮ ਲਿਖਾ ਦਿਓ, ਅਸੀਂ ਨਹੀਂ ਦਰਜ ਕਰਦੇ, ਇੱਕ ਮਜਬੀ ਦਾ ਨਾਮ ਹੋਣਾ ਚਾਹੀਦਾ ਵਿੱਚ, ਫਿਰ ਅਸੀਂ ਮੰਨਦੇ ਵੀ ਕਤਲ ਹੋਇਆ, ਨਹੀਂ ਤਾਂ ਅਸੀਂ ਮੰਨਦੇ ਨਹੀਂ ਕਤਲ ਹੋਇਆ। ਇਹ ਪੂਰਾ ਥਾਣਾ ਸਾਨੂੰ ਕਹਿ ਰਿਹਾ ਇਹ ਗੱਲ। ਕਹਿੰਦੇ ਯਾਰ ਤੁਸੀਂ ਪੜੀ ਕਹੇ ਜੇ ਕੀਤਾ ਵੀ ਕੁਛ ਨਹੀਂ, ਫੜੇ ਵੀ ਗਏ। ਮੈਂ ਕਿਹਾ ਅਸੀਂ ਫੜੇ ਗਏ ਸਾਜ਼ਿਸ਼ ਨਾਲ। ਅਸੀਂ ਪਹਿਲੀ ਵਾਰ ਸੈਕੰਡਰੀ ਵਾਲਮੀਕੀ ਤੀਰਥਾਲਾ ਆਏ, ਪੂਰੀ ਕੌਮ ਤਾਂ ਵੈਸ਼ਨੋ ਦੇਵੀ ਜਾ ਰਹੀ ਹੈ, ਪੀਰ ਨਿਗਾਹੇ ਜਾ ਰਹੀ ਹੈ, ਨਕੋਦਰਾ ਜਾ ਰਹੀ ਹੈ, ਕਾਵੜ ਚੱਕਣ ਜਾ ਰਹੀ ਹੈ, ਇਹ ਕੌਮ ਤਾਂ ਗੁੰਮਰਾਹ ਆ। ਪਹਿਲੀ ਵਾਰੀ ਅਸੀਂ ਆਪਣੇ ਘਰ ਵੱਲ ਨੂੰ ਮੂੰਹ ਕੀਤਾ ਆ ਤੇ ਬਾਹਮਣ ਘਬਰਾ ਗਿਆ, ਉਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ, ਇਸ ਕਰਕੇ ਸਾਨੂੰ ਫੜਾਇਆ। ਤੇ ਦੂਜਾ ਹੋਰ ਦੱਸ ਦਵਾਂ ਤੁਹਾਨੂੰ, ਪੰਜਾਬੀ ਗਾਣੇ ਕਿਹੜੇ ਆਂਦੇ ਬੜਾ ਖੁਸ਼ ਹੋ ਕੇ ਲਾਉਂਦੇ, ਸਵੇਰੇ ਹੀ ਪੰਜਾਬੀ ਗਾਣੇ ਲਾ ਲਓ। ਕਿਹੜੇ ਗਾਣੇ? ਜੀ ਚੱਲਦਾ ਹੋ, ਚੱਕ ਲਓ ਬੰਦੂਕਾਂ, ਜੀਪਾਂ ਤੇ ਚੜ ਜਾਓ, ਕਬਜ਼ੇ ਲੈਣੇ, ਆ ਕਰਨਾ। ਇਹ ਝੂਠੇ ਗਾਣੇ ਐ, ਐਵੇਂ ਹੀ ਸ਼ੂਟਿੰਗਾਂ 'ਚ ਹੀ ਹੋ ਸਕਦੇ ਆ। ਜਦੋਂ ਗੁਰੂ ਤੇਗ ਬਹਾਦਰ ਦਾ ਸੀਸ ਲਿਆਣਾ ਸੀ, ਉਦੋਂ ਕੋਈ ਆਇਆ ਭੰਗੜੇ ਪਾਉਂਦਾ ਅੱਗੇ ਕਿ ਮੈਂ ਲਿਆਣਾ? ਉਦੋਂ ਕੌਣ ਆਇਆ ਸੀ? ਕੌਣ ਆਇਆ ਸੀ? ਅਮਰ ਸ਼ਹੀਦ ਬਾਬਾ ਜੀਵਨ ਸਿੰਘ। ਕੌਣ ਸੀ? ਜਿਹਦੇ ਆਪਾਂ ਅੰਸ਼ ਹੈ, ਜਿਹਦੇ ਆਪਾਂ ਅੰਸ਼ ਹੈ। ਉਦੋਂ ਇਹ ਨਹੀਂ ਆਇਆ ਕਹਿੰਦੇ ਨਾ ਜ਼ਮੀਨਾਂ ਦੇ ਆ ਜਾਓ, ਕਬਜ਼ੇ ਲੈ ਲਈਏ, ਬੰਦੂਕਾਂ ਚੱਕ ਲਓ, ਕੋਈ ਨਹੀਂ ਆਇਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਤਲਵਾਰ ਕੱਢ ਕੇ ਆਏ ਸੀ ਅਨੰਦਪੁਰ ਦੀ ਧਰਤੀ ਤੇ ਕਿ ਮੈਨੂੰ ਕੁਰਬਾਨੀ ਚਾਹੀਦੀ ਹੈ, ਜਦੋਂ 5 ਪਿਆਰੇ ਸੱਜੇ ਗਏ, ਉਧਰ ਕੋਈ ਆਇਆ ਸੀ ਇਹਨਾਂ ਚੋਂ? ਕੋਈ ਨਹੀਂ ਸੀ ਆਇਆ। ਇਹ ਝੂਠੇ, ਅਸਲੀ ਤੁਸੀਂ ਐਵੇਂ ਹੀ ਘਬਰਾ ਜਾਂਦੇ ਹੋ। ਸਿਰਫ ਆਹ ਤਾਕਤ ਤੁਹਾਡੇ ਕੋਲ ਘੱਟ ਹੈ, ਆਹ ਕਲਮ ਦੀ ਤਾਕਤ ਘੱਟ ਹੈ ਤੁਹਾਡੇ ਕੋਲ। ਜਿੱਦਣ ਇਹ ਆ ਗਈ, ਪੜ੍ਹਾਈ ਦੀ ਤਾਕਤ ਆ ਗਈ, ਤੁਹਾਡਾ ਮੁਕਾਬਲਾ ਦੁਨੀਆ ਦੀ ਕੋਈ ਕੌਮ ਨਹੀਂ ਕਰ ਸਕੀ। ਕੋਈ ਵੀ ਕੌਮ, ਉਹਦੀ ਮਿਸਾਲ ਹੈ ਆ ਸ਼ਹਿਰਾਂ 'ਚ ਹੁੰਦਾ ਨਾ ਘਟਨਾਵਾਂ, ਵੀ ਸੀਵਰ 'ਚ ਬੰਦਾ ਜਿੰਦਾ ਉਤਰਿਆ ਤੇ ਅੰਦਰ ਹੀ ਮਰ ਗਿਆ, ਉਹਨੂੰ ਦੂਜਾ ਕੱਢਣ ਕੌਣ ਜਾਂਦਾ? ਉਸੇ ਟਾਈਮ ਪਤਾ ਵੀ ਮਰ ਗਿਆ ਆ, ਫਸ ਗਿਆ ਵਿੱਚ, ਦੂਜਾ ਵੀ ਕੌਣ ਛਾਲ ਮਾਰਦਾ ਆ? ਉਹ ਵੀ ਸੱਚ। ਹੋਇਆ ਪੂਨੇ, ਹੋਇਆ ਗਾਜ਼ੀਆਬਾਦ, ਹੋਇਆ ਪੂਨੇ 'ਚ 7 ਇੱਕੋ ਵਾਰੀ ਹੋਏ, ਇੱਕੋ ਵਾਰ 7 ਇੱਕ ਦੂਜੇ ਨੂੰ ਕੱਢਣਗੇ। ਇਹ ਹੌਸਲਾ ਹੋਰ ਕਿਸੇ ਕੋਲ ਨਹੀਂ, ਸਿਰਫ ਕਲਮ ਦੀ, ਸਿੱਖਿਆ ਦੀ ਕਮੀ ਹੈ। ਜਿੱਦਣੋਂ ਆ ਗਈ ਉਦੋਂ ਤੁਹਾਡਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਔਰ ਬਾਬਾ ਸਾਹਿਬ ਅੰਬੇਦਕਰ ਨੇ ਇਹੀ ਮੰਗਿਆ, ਸਾਰੀਆਂ ਕੁਰਬਾਨੀਆਂ ਦੇ ਕੇ ਕੀ ਮੰਗਿਆ ਕੌਮ ਤੋਂ? ਕਿ ਸਿੱਖਿਅਤ ਹੋ ਜਾਓ ਤੇ ਸੰਗਠਿਤ ਹੋ ਜਾਓ। ਅੱਜ ਇੱਕ ਮੂਰਖ ਹੋਰ ਪੈਦਾ ਹੋ ਗਏ ਸਾਡੀ ਕੌਮ 'ਚ, ਕਹਿੰਦੇ ਸੰਗਠਨਾਂ ਤੋਂ ਹਟ ਕੇ ਕੰਮ ਕਰੋ। ਸੰਗਠਨਾਂ ਤੋਂ ਹਟ ਕੇ ਤਾਂ ਕੰਮ ਹੁੰਦਾ ਹੀ ਨਹੀਂ। ਉਹਨਾਂ ਨੂੰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਪਰਿਵਾਰ ਵੀ ਸੰਗਠਨ ਹੈ। ਜੇ ਪਰਿਭਾਸ਼ਾ ਕਰੋਗੇ ਸੰਗਠਨ ਦੀ, 2 ਸ਼ਬਦ ਹੈ, 2 ਸ਼ਬਦ, ਸਮ ਤੇ ਗਠਨ। ਜਿੱਥੇ ਸਮਾਨ ਵਿਚਾਰਾਂ ਦਾ ਗਠਨ ਹੁੰਦਾ ਹੈ, ਸਾਰੇ ਉੱਤੇ ਬਿੰਦੀ ਨਾ, ਸਮ ਅੱਧਾ ਮੌ ਪੈਂਦਾ ਹਲੰਤ ਲੱਗ ਕੇ, ਸਮ ਗਠਨ। ਜਿੱਥੇ ਸਮਾਨ ਵਿਚਾਰਾਂ ਵਾਲੇ ਪਰਿਵਾਰ ਹੁੰਦਾ, ਕਦੇ ਇੱਕ ਵਿਚਾਰਾਂ ਵਾਲਾ ਉਹ ਨਹੀਂ ਹੁੰਦਾ, ਪਰ ਮਾਂ ਕਰਦੀ ਹੈ, ਉਹਨੂੰ ਸੰਗਠਨ ਬਣਾਉਂਦੀ, ਪਰਿਵਾਰ ਨੂੰ ਇੱਕ ਬਣਾਉਂਦੇ। ਵਿਆਹ ਕਰਨ ਲੱਗੇ ਨਹੀਂ ਇੱਕ ਹੁੰਦੇ, ਵਿਆਹ ਕਿੱਦਾਂ ਕਰਨਾ, ਕਿਹੜੇ ਪੈਲਸ ਕਰਨਾ, ਹਰ ਚੀਜ਼ ਤੇ ਅਲੱਗ-ਅਲੱਗ ਰਾਏ ਹੁੰਦੀ ਸਾਰਿਆਂ ਦੀ। ਪਰ ਘਰ ਦਾ ਮੁਖੀਆ ਉਹਨਾਂ ਨੂੰ ਵਿਚਾਰਾਂ ਨੂੰ ਇੱਕ ਕਰਦਾ, ਮਿਲਾਉਂਦਾ ਹੈ। ਕਿਹੜੀ ਚੀਜ਼ ਸੰਗਠਨ ਨਹੀਂ? ਆ ਰਾਜਨੀਤਿਕ ਦਲ ਦੇ ਲੋਕ ਆਏ ਸੀ, ਇਹ ਵੀ ਸੰਗਠਨ ਹੈ। ਜਿਹੜੀ ਪੰਜਾਬ 'ਚ ਐਜੂਕੇਸ਼ਨ ਆਈ ਦਲਤਾਂ ਦੇ ਕੋਲ, ਸਰਕਾਰੀ ਸਕੂਲ ਤਾਂ ਪੂਰੇ ਇੰਡੀਆ 'ਚ ਇੱਕੋ ਜਿਹੇ। ਪੰਜਾਬ ਜਿਹੜੀ ਐਜੂਕੇਸ਼ਨ ਹੈ ਉਹ ਹੈ ਜਿਹੜੇ ਗੁਰਦੁਆਰਾ ਨੇ ਸਕੂਲ ਖੋਲੇ ਹੈ, ਸ਼੍ਰੋਮਣੀ ਕਮੇਟੀ ਨੇ, ਤੇ ਸ਼੍ਰੋਮਣੀ ਕਮੇਟੀ ਵੀ ਇੱਕ ਸੰਗਠਨ ਹੈ।
ਜਿਹੜੇ ਡੀਏਵੀ ਸਕੂਲ ਖੁੱਲੇ ਪੰਜਾਬ 'ਚ, ਆਰੀਆ ਸਮਾਜ ਸਕੂਲ, ਤੇ ਆਰੀਆ ਸਮਾਜ ਵੀ ਇੱਕ ਸੰਗਠਨ। ਜਿਹੜੀਆਂ ਇਸਲਾਮ ਦੀਆਂ ਤਨਜ਼ੀਮਾਂ ਆ ਉਹ ਵੀ ਇੱਕ ਸੰਗਠਨ ਹੈ। ਇਕੱਠੇ ਹੋਏ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ। ਜਿਨ੍ਹਾਂ ਨੇ ਰੂਸ ਦੇ ਅੰਦਰ ਕ੍ਰਾਂਤੀ ਲਿਆਂਦੀ, ਉਹਨਾਂ ਨੇ ਵੀ ਪਹਿਲਾਂ ਸੰਗਠਨ ਖੜਾ ਕੀਤਾ। ਬਣਾਉਣਾ ਪੈਂਦਾ ਵਿਚਾਰਾਂ ਦਾ, ਆਪਣੇ ਵਿਚਾਰਾਂ ਨਾਲ ਕਿੱਦਾਂ ਤਰਕ ਦੇ ਦੇ ਕੇ ਆਪਣੇ ਵਿਚਾਰ ਨੂੰ ਸ੍ਰੇਸ਼ਟ ਸਾਬਤ ਕਰਨਾ ਪੈਂਦਾ ਕਿ ਜਿਹੜਾ ਵਿਚਾਰ ਸਾਡੇ ਕੋਲ ਹੈ, ਇਹ ਵਿਚਾਰ ਹੀ ਕੌਮ ਦਾ ਭਲਾ ਕਰੇਗਾ। ਹੁਣ ਨਾਰਾ ਲਗਾਉਂਦੇ ਹੋ, ਨਾਰਾ ਕੀ ਲਗਾਓਗੇ? भीम तेरी सोच पे बोल दो पहरा देंगे ठोक के, भीम तेरी सोच पे पहरा देंगे ठोक के। पर इस तो पहले जरूरी है कि बाबा साहब भीमराव अंबेडकर की सोच की है, पहले ये पता होना जरूरी। पहरा कितना लाओगे ठोक के? पता ही नहीं पहरा देना किथे है। मैं एक कहानी पढ़ी सी अखबार च, एक स्कैंडल। एक बंदा आर्मी के बाहरों पकड़ा गया, आर्मी की दीवार के आले दुआले घूम रहा था। स्कैंडल है सचमुच। उन्होंने पकड़िया, जो कहना छोड़ो मैनू, मैं तो अपनी ड्यूटी कर रहा है। वो कहते तू ड्यूटी कर रहा, आर्मी इत्थे लिखा होया भी इस एरिया इदां नहीं फालतू घूमना नहीं है, ते तू घूम रहा। किसी गिरोह ने, नकली गिरोह ने भर्तियां कीतियां नकली, ਤੇ ਉਹਨੂੰ ਉਹਦੀ ਡਿਊਟੀ ਲਗਾਈ ਵੀ ਤੇਰੀ ਡਿਊਟੀ ਹੈ ਵੀ ਆਰਮੀ ਦੀ ਇਸ ਕੰਧ ਦੇ ਬਾਹਰ ਤੋਂ ਧਿਆਨ ਰੱਖਣਾ, ਕੋਈ ਇੱਧਰੋਂ ਨਾ ਟੱਪੇ, ਨਾ ਅੰਦਰ ਆਵੇ ਨਾ ਬਾਹਰ ਆਵੇ। ਜਿਹੜੀ ਹੋਰ ਕਿਤੇ ਲਾਉਂਦੇ ਸ਼ਾਇਦ ਨਾ ਫੜਿਆ ਜਾਂਦਾ। ਉਹ ਆਖਰੀ ਕੈਂਡੀਡੇਟ ਬਚਿਆ ਹੋਣਾ, ਕਹਿੰਦਾ ਤੂੰ ਆਰਮੀ ਦੀ ਦੀਵਾਰ ਤੇ ਲੱਗ ਜਾ। ਉਹ ਉੱਥੇ ਲੱਗ ਗਿਆ ਤੇ ਬਾਅਦ ਚੋਂ ਗਰੋਹ ਪਕੜਿਆ ਗਿਆ ਪੂਰਾ। ਪਰ ਜਗ੍ਹਾ ਤਾਂ ਦੇਣੀ ਪਈ ਨਾ ਵੀ ਤੈਨੂੰ ਨੌਕਰੀ ਤੇਰੀ ਕਿੱਥੇ ਹੈ, ਤੇ ਸਾਨੂੰ ਇਹ ਪਤਾ ਹੀ ਨਹੀਂ ਅਸੀਂ ਪਹਿਰਾ ਕਿੱਥੇ ਦੇਣਾ, ਕਿਹੜੀ ਜਗ੍ਹਾ ਪਹਿਰਾ ਦੇਣਾ ਹੈ। ਬਸ ਐਵੇਂ ਰੱਖ ਲਿਆ। ਇੱਕ ਫੇਸਬੁੱਕ ਵਾਲੇ ਆ ਗਏ ਆ, ਉਹ ਫੇਸਬੁੱਕ ਤੇ ਲੜੀ ਜਾ ਰਹੇ, WhatsApp 'ਚ ਉੱਥੇ ਲੜੀ ਜਾ ਰਹੇ ਆ, ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਸੜਕ ਦੇ ਉੱਤੇ ਆ ਕਿਸਾਨਾਂ ਨੇ ਫੇਸਬੁੱਕ ਤੇ ਲੜਾਈ ਲੜੀ ਹੈ, WhatsApp ਤੇ ਲੜਾਈ ਲੜੀ ਹੈ। ਬਲਕਿ ਫੇਸਬੁੱਕ ਤੇ WhatsApp ਤਾਂ ਕਿਸਾਨਾਂ ਦੇ ਖਿਲਾਫ ਸੀ, देश का पूरा मीडिया उन्होंने खिलाफ से शुरुआत सारा दुष्प्रचार होया, पर उन्होंने हिम्मत ने, हौसले ने, ते हुण लास्ट में एक लड़की का इंटरव्यू देख रहा सीगा, उस मोर्चे च हिंदू लड़की, उन्होंने मोर्चा देखण आंदी, देखण आई सी शुरू च भी कहंदे इन्हां कोल हथियार बड़े आ, बड़े गरम है, बहुत खराब बंदे आ। देखण आई सी दूरों, जिद्दां कहंदे ना वो सानू लोग कहंदे राक्षस हुंदा और बड़े बड़े दंद हुंदे, इदां इदां एक बनाया है पंजाब का एक नक्शा। देखण आई सी ते पूरा साल उत्थे टिक गई, हर 2 दिन बाद आन लग पई, रोटियां बनाउण लग पई औरतां दे नाल बैठ के। ते उहनूं पुछया की सिक्ख्या, कहंदी कड़ाह, वो की साग भी सिख लिया, मक्की दी रोटी भी सिख लई, ते रो रही ते नाल चुट्टियां दाणे वालियां नूं रुला रही, सांझ पाता। जिसने सारे खिलाफ सी उन्होंने साबित किया अपने आप। और उस इलाके च मोर्चा एक जगह नहीं सी, आप एक जगह बैठे हैं। मोर्चा सी घट्टो घट्ट 25 किलोमीटर जे अगर तुम गए 25 किलोमीटर तो भी ज्यादा सी, जगह जगह अलग अलग धरने लगे हुए सी। और सारे इलाके च जिन्ने पुलिस स्टेशन पैंदे आ, उन्होंने इंटरव्यू लैके देखो जाके, वो कहते जिन्ने दिने धरना रहा इत्थे क्राइम घट गया। एक करैक्टर साबित किया मोर्चे, तां मैं कहना मेरे तो ही बड़ा कुछ सीखने की लोड़ है। सब धरना लाया, रोड ते आंदी कार नहीं तोड़ी, ते आपां यही करते हैं। जिद्दन निकलते सड़क ते कहते जो आ गई कार, तोड़ दो मार दो। कार वाले का की कसूर है? लड़ाई थोड़ी सरकार का, थोड़ा कोई एजेंडा आ। उन्होंने किसी कार नहीं तोड़ी। एक पेट्रोल पंप वाले की इंटरव्यू मैं देखी, वो भी रो रहा सी, कहता अज ये जा रहे हैं तो मैनू लगता साडा टब्बर ही चले गया। नहीं तो कहना सारे लोगों ने कहा जी पंप लुटूगे थोड़ा,
ਇੱਥੇ ਅੱਗਾਂ ਲੱਗਣਗੀਆਂ। ਤੇ ਇਹ ਕਿਹੜਾ ਅੰਦੋਲਨ ਸੀ? ਇਹ ਅੰਦੋਲਨ ਸੀ ਇੱਥੋਂ ਆ ਕਲਮ ਤੋਂ, ਜਿਹਨੇ ਪਹਿਲਾਂ ਆਪਣਾ ਡਰਾਫਟ ਤਿਆਰ ਕੀਤਾ ਸੀ ਕਰਦਾ ਕਿਉਂ। ਇਹ ਤਾਕਤ ਸੀ ਉਹ ਸਭ ਤੋਂ ਬੜੀ। ਤੇ ਅੱਜ ਸਾਨੂੰ ਵੀ ਜ਼ਰੂਰਤ ਹੈ ਸੰਗਠਿਤ ਹੋਣ ਦੀ, ਇੱਕ ਇੱਕ ਪਰਿਵਾਰ ਤੱਕ ਜਾਣ ਦੀ। ਜਾਣਾ ਪਏਗਾ, ਜਿੱਦਾਂ ਸਾਈ ਪਾਦਰੀ ਘੁੰਮਦੇ ਨਾ, ਲੋਕਾਂ ਨੂੰ ਗੁੰਮਰਾਹ ਕਰਦੇ, ਉਹਨਾਂ ਦੇ ਪਾਸਟਰ ਘੁੰਮਦੇ ਆ, ਪੰਡਤ ਘੁੰਮ ਰਿਹਾ ਆ, ਤੋਤਾ ਲੈ ਕੇ ਵੀ ਘੁੰਮਦਾ ਕਦੀ ਕਦੀ ਪੰਡਤ, ਜਨਾਨੀਆਂ ਨੂੰ ਬਾਬੇ ਬੜੇ ਘੁੰਮਦੇ ਆ। ਖੁਦ ਫਟਿਆ ਕੱਪੜਾ ਹੋਊਗਾ, ਸਰਦੀ ਦੀ ਕਹਿੰਦੇ ਸਰਦੀ ਆ ਗਈ, ਕੋਈ ਲੋਈ ਦੇ ਦਿਓ, ਕੋਈ ਪੁਰਾਣਾ ਕੰਬਲ ਹੀ ਦੇ ਦਿਓ, ਤੇ ਤੁਹਾਨੂੰ ਕਹਿ ਕੇ ਜਾਓਗੇ ਤੇ ਤੁਹਾਡੀ ਮੈਂ ਕਿਸਮਤ ਬਦਲ ਸਕਦਾ ਵੀ, ਆਪਣੀ ਤਾਂ ਬਦਲ ਲਾ। ਤੂੰ ਸਾਡੀ ਬਦਲਣ ਨੂੰ ਫਿਰਦਾ ਕਿਸਮਤ, ਤੂੰ ਆਪਣੀ ਬਦਲ ਲਾ। 50 ਲੱਖ ਜੋਤਸ਼ੀ ਹੈ ਇਹ ਦੇਸ਼ 'ਚ, ਬਾਬੇ ਟੀਵੀ ਤਾਂ ਨਾ ਥੱਲੇ ਰੋਜ਼ ਕੀਤਾ ਕਰਾਇਆ ਮਿੰਟਾਂ ਸਮਾਧਾਨ, ਕੁਛ ਗਵਾਚਿਆ ਮੈਂ ਹੁਣੀ ਲੱਭ ਦੂੰਗਾ। ਯਾਰ ਜੇ ਇੰਨੇ ਤੇਜ਼ ਹੈ ਤਾਂ ਬਾੜ ਤੇ ਇਹਨਾਂ ਨੂੰ ਖੜਾ ਕਰੋ। ਕੀਤਾ ਕਰਾਇਆ ਕਰੀ ਜਾ ਉਧਰ ਨੂੰ, ਮਾਂ ਦੇ ਪੁੱਤ ਕਿਉਂ ਮਰਵਾਣੇ ਹੈ? ਉਹਦੇ ਨਾਲ ਲੱਭੀ ਜਾਣ, ਨਿੰਬੂ ਇੱਧਰੋਂ ਕੱਟੀ ਜਾਣ, ਉਧਰ ਸੁੱਟੀ ਜਾਣ, ਨਿੰਬੂ ਮਿਰਚਾਂ ਟੰਗ ਦੋ ਸਾਰੇ ਬਾੜੋਂ ਤੇ। ਐਵੇਂ ਤੋਪਾਂ ਆਪਣੇ ਕੀ ਐਵੇਂ ਮਹਿੰਗੀਆਂ ਚੀਜ਼ਾਂ ਖਰੀਦੀ ਜਾ ਰਹੇ। ਇਹ ਸਾਰੀਆਂ ਚੀਜ਼ਾਂ ਪਖੰਡ ਹੈ। ਤਾਕਤਾਂ ਦੋ ਕਹੀਆਂ ਸੀ ਮੈਂ, ਪਰਮੇਸ਼ਵਰ ਤੋਂ ਬਾਅਦ ਦੂਸਰੀ ਤਾਕਤ ਕਿਹੜੀ ਹੈ? ਇਹ ਇਨਸਾਨ, ਦੂਜੀ ਤਾਕਤ। ਔਰ ਇਨਸਾਨ ਨੂੰ ਇਨਸਾਨ ਬਣਨ ਲਈ ਸ੍ਰਿਸ਼ਟੀਕਰਤਾ ਵਾਲਮੀਕੀ ਦਿਆਵਾਨ ਕਹਿੰਦੇ ਆ, ਉਹ ਕਹਿੰਦੇ ਪੁਰਸ਼ ਜਿਹੜਾ ਨਾ ਉਦੋਂ ਤੱਕ ਪੁਰਸ਼ ਨਹੀਂ ਹੈ ਜਦ ਤੱਕ ਉਹਦੇ ਵਿੱਚ ਪੁਰਸ਼ਾਰਥ ਨਹੀਂ ਆਉਂਦਾ, ਉਦੋਂ ਤੱਕ ਇੱਕ ਜੀਵ ਹੈ। ਤੇ ਪੁਰਸ਼ਾਰਥ ਦੀ ਪਹਿਲੀ ਸ਼ੁਰੂਆਤ ਕੀ ਹੈ? ਪੁਰਸ਼ਾਰਥ ਦੀ ਪਹਿਲੀ ਸ਼ੁਰੂਆਤ ਹੈ ਸਿੱਖਿਆ। पुरुषार्थ की पहली शुरुआत है शिक्षा। और दूसरा नोट कर लो, दुनिया की सब तो बड़ी बीमारी केड़ी है? कोरोना दुनिया की सब तो बड़ी बीमारी नहीं है, ये भी आदमी ने हरा लेनी है। पहलो प्लेग बड़ी बीमारी होंदी सी, प्लेग फैलती सी, पिंडा के पिंड रुड़ जाते सी, पर वो भी बड़ी बीमारी नहीं, आदमी ने जित लिया। हैजा फैलदा हुंदा सी, वो बड़ी बीमारी नहीं है। ते जे तुसी सोचो भी किस तरह हार्ट फेल हो गया वो बड़ी बीमारी है, वो भी नहीं। किसी की किडनियां खराब हो गई वो भी बड़ी बीमारी नहीं। जिहदे को लखां रुपया आया किडनी ਉਹਦੇ ਵਾਸਤੇ ਵੱਡੀ ਬਿਮਾਰੀ ਹੈ? ਕੁਛ ਵੀ ਨਹੀਂ। ਉਹਨੇ ਡਾਕਟਰ ਨੂੰ ਕਹਿਣਾ ਪੈਸਾ ਦੱਸੋ ਜੀ ਕਿੰਨਾ ਲੱਗੇ, ਆ ਪੈਸਾ ਚੱਕੋ ਤੇ ਕਿਡਨੀ ਪਾਓ। ਹਾਰਟ ਚੇਂਜ ਹੁੰਦਾ ਆ, ਹਾਰਟ ਦੇ ਉੱਤੇ ਹੁਣ ਇੱਥੋਂ ਤੱਕ ਆ ਗਈ ਸਾਇੰਸ ਵੀ ਤੁਹਾਨੂੰ ਬਾਰ-ਬਾਰ ਆਪਣਾ ਬਲੱਡ ਪ੍ਰੈਸ਼ਰ ਚੈੱਕ ਨਹੀਂ ਕਰਾਉਣਾ ਪਏਗਾ। ਸੁਪਰ ਕੰਪਿਊਟਰ ਦੇ ਨਾਲ ਹਾਰਟ ਨੂੰ ਅਟੈਚ ਕਰ ਦਿੰਦੇ ਆ, ਚਿਪ ਲਗਾ ਦਿੰਦੇ ਆ। ਸੁਪਰ ਕੰਪਿਊਟਰ ਜੇ ਤੁਹਾਡੀ ਹਾਰਟ ਬੀਟ ਵਧੇਗੀ ਆਪਣੇ ਆਪ ਝਟਕਾ ਦੇਗਾ, ਉਹਨੂੰ ਥੱਲੇ ਲਿਆਏਗਾ। ਘਟੇਗੀ ਤਾਂ ਆਪਣੇ ਆਪ ਨੂੰ ਵਧਾਏਗਾ। ਪਰ ਦੁਨੀਆ ਦੀ ਸਭ ਤੋਂ ਬੜੀ ਬਿਮਾਰੀ ਕਿਹੜੀ ਹੈ? दुनिया की सब तो बड़ी बीमारी गरीबी है। गरीबी जे सिंपल बुखार आ गया ना, जिहदी 10 रुपए की गोली आनी ते गरीब लिए तो भी महंगी है। भी 10 रुपए तो मैं दाल ले आनी सी, मैनू गोली क्यों खावा, 10 रुपए लियावां कित्थों? ते गरीबी का इलाज की है? गरीबी का इलाज पढ़ाई। गरीबी चों निकलने का रास्ता पढ़ाई है, शिक्षा है। चाहे प्राइवेट काम करना पवे, शिक्षा का मतलब ये ना समझो एक बड़ा लोगों च प्रचार है, लो जी नौकरियां है नहीं, नौकरियां है नहीं। आ मोबाइल आया है, एरिया पता कितनी नौकरियां हैं? जिथों मोबाइल बनता एक तो नौकरियां उत्थे, जिथों वाली असैसरी बनती है आड़ा कवर कुवर, एक नौकरियां उत्थे है। फिर एक सिम पैंदा आ, एक नौकरियां उत्थे है। ते फिर इन्हें तुहानूं नेड़े किन्ना करता?
ਉਸ ਤਾਂ ਸ਼ਾਇਦ ਮੈਂ ਹੁਣ ਵੀ ਕਰਾਂ, ਅੱਜ ਦੀ ਡੇਟ 'ਚ ਵੀ ਗੱਲ ਕਰਾਂ, ਤੁਸੀਂ ਕਹੋਗੇ ਇਦਾਂ ਹੋ ਸਕਦਾ? ਸਾਡੇ ਟਾਈਮ 'ਚ ਚਿੱਠੀ ਲਿਖੀ ਜਾਂਦੀ ਸੀ। ਚਿੱਠੀ ਪਹਿਲਾਂ ਤਾਂ ਚਿੱਠੀ ਲਿਖਣ ਨੂੰ ਕਿੰਨੇ ਦਿਨ ਲੱਗਦੇ ਸੀ। ਪੜ੍ਹਿਆ ਲਿਖਿਆ ਲੱਭੋ, ਲਿਖਤੀ ਚਿੱਠੀ, ਫਿਰ ਕਿਸੇ ਦੀ ਜੇਬ 'ਚ ਪਾਤੀ, ਇਹ ਪੋਸਟ ਡਾਕਖਾਨੇ ਪਾ ਲਓ, ਉਹ ਘੁੰਮ ਘੰਮ ਕੇ ਫਿਰ ਘਰ ਆ ਗਿਆ ਚਿੱਠੀ ਨਾਲ। ਤੇ ਜੇ ਪਾਤੀ ਤੇ ਜਿਹੜੀ ਚਿੱਠੀ ਸਭ ਤੋਂ ਸਪੀਡ ਨਾਲ ਜਾਏਗੀ ਉਹਨੂੰ 3 ਦਿਨ ਲੱਗਦੇ ਸੀ। ਜੇ ਮੰਨ ਲਓ ਫੱਤੂ ਢਿੰਗਾ ਤੋਂ ਕਪੂਰਥਲਾ ਜਾਣੀ ਹੈ ਤੇ 3 ਦਿਨ, ਕਿਉਂਕਿ ਅੱਜ ਭਾਈ ਅੱਜ ਉਹ ਥੈਲਾ ਜਾਏਗਾ ਫੱਤੂ ਢਿੰਗਾ ਦੇ ਡਾਕਖਾਨੇ 'ਚ। ਉਹ ਫਿਰ ਅਲੱਗ-ਅਲੱਗ ਕਰਨਗੇ, ਕਪੂਰਥਲੇ ਦੀ ਕਿਹੜੀ, ਜਲੰਧਰ ਦੀ ਕਿਹੜੀ, ਅੰਮ੍ਰਿਤਸਰ ਦੀ ਕਿਹੜੀ, ਅਲੱਗ-ਅਲੱਗ ਬਣਾਉਣਗੇ ਥੈਲੇ। ਫਿਰ ਉਹ ਥੈਲੇ ਤੁਰਨਗੇ ਆਪਣੇ ਸ਼ਹਿਰ ਤੋਂ, ਦੂਜੇ ਦਿਨ ਉਹ ਖੋਲਣਗੇ, ਉਹ ਖੋਲ ਕੇ ਫਿਰ ਮਹੱਲੇ ਲੱਭਣਗੇ, ਮਹੱਲਾ ਕਿਹੜਾ ਕਿਹੜਾ, ਅਲੱਗ-ਅਲੱਗ ਡਾਕਿਆਂ ਨੂੰ ਪਕੜਾਈ ਜਾਏਗੀ, ਜਾਂ ਤੇਰੀ ਡਾਕ ਆ ਤੇਰੀ ਡਾਕ। ਜਾਨੀ ਜਿਹੜੀ ਸਭ ਤੋਂ ਸਪੀਡ 'ਚ ਜਾਂਦੀ ਸੀ ਉਹਨੂੰ 3 ਦਿਨ, ਨਹੀਂ ਤਾਂ ਆਮ ਤੌਰ ਤੇ 15 ਦਿਨ ਲੱਗਦੇ ਸੀ ਇੱਕ ਧੀ ਨੂੰ ਉਹਦੇ ਜਵਾਬ ਦੇਣ ਲਈ, ਜਾਂ ਮਾਂ ਨੂੰ ਜਵਾਬ ਦੇਣ ਲਈ 15 ਦਿਨ ਲੱਗ ਜਾਂਦੇ। ਹੁਣ 15 ਸੈਕਿੰਡ ਵੀ ਨਹੀਂ ਲੱਗਦੇ। ਜੇ 15 ਸੈਕਿੰਡ ਲੱਗ ਜਾਣ ਤੁਸੀਂ ਨਾਲ ਹੀ ਕਹਿੰਦੇ ਨੈਟਵਰਕ ਖਰਾਬ। 15 ਸੈਕਿੰਡ ਨਹੀਂ ਲੱਗਦੇ, ਪਹਿਲੇ ਸੈਕਿੰਡ 'ਚ ਰਿੰਗ ਜੁਆਇਨ ਹੋ ਜਾਂਦੀ ਹੈ, ਜੁੜ ਜਾਂਦੀ, ਕਨੈਕਟ ਹੋ ਜਾਂਦੀ। ਫਿਰ ਆ ਜਿਹੜੇ ਪ੍ਰਾਈਵੇਟ ਬੈਂਕ ਆਏ ਆ, ਪਹਿਲਾਂ ਬੈਂਕ ਸੀਗੇ, ਹੁਣ ਪ੍ਰਾਈਵੇਟ ਬੈਂਕ ਵੀ ਨੌਕਰੀਆਂ ਆ, ਪ੍ਰਾਈਵੇਟ ਬੀਮਾ ਕੰਪਨੀਆਂ ਆਈਆਂ ਆ, ਉਹਨਾਂ 'ਚ ਵੀ ਨੌਕਰੀਆਂ ਆ। ਤੁਹਾਡੇ ਖਾਣਿਆਂ ਦਾ ਸਟਾਈਲ ਬਦਲ ਗਿਆ, ਉਹ 'ਚ ਵੀ ਨੌਕਰੀਆਂ ਆ। ਪਰ ਜਿੰਨੀ ਤੁਹਾਡੀ ਪੜ੍ਹਾਈ ਵਧੀਆ ਹੋਊਗੀ ਉਨੀ ਨੌਕਰੀ ਵਧੀਆ ਹੋਊਗੀ। ਜਿੰਨੀ ਤੁਹਾਡੀ ਪੜ੍ਹਾਈ ਵਧੀਆ ਹੋਵੇ, ਤੇ ਅਨਪੜ੍ਹ ਹੋਏਗਾ ਉਹ ਫਿਰ ਬੋਰੀਆਂ ਹੀ ਚੱਕੇਗਾ, ਉਹ ਮੰਡੀ ਦੀ ਬੋਰੀ ਵੀ ਚੱਕੇਗਾ, ਇਸ ਤੋਂ ਇਲਾਵਾ ਕੁਝ ਨਹੀਂ ਕਰੇਗਾ। ਇਸ ਕਰਕੇ ਕਹਿਣਾ, ਲਾਸਟ ਗੱਲ ਕਹਿਣ ਲੱਗਾ ਆ ਦਾਦੀਆਂ ਨੂੰ, ਇਹਨਾਂ ਦੇ ਬੱਚੇ ਕਦੀ ਕਦੀ ਆ ਰਹੇ ਆਉਂਦੇ ਪਏ ਹਨਾ, ਇਹੋ ਜਿਹੇ ਬੱਚੇ ਆ ਕੇ ਘਰ ਕਹਿੰਦੇ ਦਾਦੀ ਨੂੰ, ਕਹਿੰਦੇ ਦਾਦੀ ਉਹ ਨਾ ਬੇਬੇ ਜਦੋਂ ਨਾ ਮੈਥ ਵਾਲਾ ਟੀਚਰ ਆਉਂਦਾ ਨਾ ਮੇਰਾ ਸਿਰ ਘੁੰਮਣ ਲੱਗ ਪੈਂਦਾ, ਮੈਨੂੰ ਕੁਛ ਹੋਣ ਲੱਗ ਪੈਂਦਾ। ਕੁੜੀਆਂ ਵੀ ਕਹਿੰਦੀਆਂ ਉਦੋਂ ਸਾਇੰਸ ਵਾਲੀ ਟੀਚਰ ਆਉਂਦੀ ਨਾ ਮੈਨੂੰ ਤਾਂ ਉਲਟੀ ਜੀ ਆਉਂਦੀ ਹੈ। ਹਾਂ, ਤੇ ਦਾਦੀਆਂ ਸਾਡੀਆਂ, ਬਾਕੀਆਂ ਦਾ ਦਿਲ ਤਾਂ ਅੰਦਰ ਹੁੰਦਾ ਆ, ਸਾਡੀ ਦਾਦੀ ਦਾ ਦਿਲ ਬਾਹਰ ਹੀ ਪਿਆ ਹੁੰਦਾ। ਉਹ ਨਾਲ ਹੀ ਜੱਫੀ ਪਾਉਂਦੀ ਹੈ, ਮੇਰਾ ਲਾਲ, ਮੇਰਾ ਚੰਦ, ਮੇਰਾ ਸੋਨਾ ਹੈ, ਇਹਦਾ ਸਿਰ ਘੁੰਮਦਾ, ਰਹਿੰਦੇ ਰਹਿੰਦੇ ਤੂੰ ਸਕੂਲ ਨਾ ਜਾਈ ਕਰ। ਇਹ ਸਿਰ ਸੁਰਦੀ ਘੁੰਮਦੇ। ਹਾਂ, ਥੋੜੀਆਂ ਜਿਹੀਆਂ ਕਮੀਆਂ ਹੈਗੀਆਂ। ਇੱਕ ਦਾਦੀ ਉਹ ਹੈ ਜਿਹੜੀ ਸਕੂਲ ਦੇ ਪਿੱਛੋਂ ਨਹੀਂ ਲੰਘੀ ਕਦੀ, ਉਹ ਸਾਡੀ ਦਾਦੀ। ਇੱਕ ਉਹਨਾਂ ਦੀਆਂ ਦਾਦੀਆਂ ਆ ਜਿਹਦਾ ਬੱਚਾ ਕਹੇ ਵੀ ਮੈਥ ਮੈਨੂੰ ਸਮਝ ਨਹੀਂ ਆਉਂਦਾ, ਉਹ ਕਹਿੰਦੀ ਮੈਥ ਤਾਂ ਮੈਂ ਕਰਾ ਦੂੰ। ਇੱਕ ਉਹ ਹੈ ਸਾਇੰਸ ਨੇ ਕਰ, ਸਾਇੰਸ ਦਾ ਸਵਾਲ ਤਾਂ ਮੈਂ ਕਰ ਦੂੰਗੀ। ਇੱਕ ਉਹ ਦਾਦੀਆਂ, ਸਾਡੀਆਂ ਦਾਦੀਆਂ ਨੂੰ ਬਣਨ ਲਈ ਹਾਲੇ 3 ਨਸਲਾਂ ਲੱਗਣੀਆਂ। ਜਿੱਦਣ ਸਾਡੇ ਚੋਂ ਦਾਦੀ ਹੋਏਗੀ 3 ਨਸਲਾਂ ਲੱਗਣੀਆਂ ਹਾਲੇ। ਹੁਣ ਇਸ ਗੱਲ ਦਾ ਜਵਾਬ ਸਮਝ ਲਓ, ਜੇ ਦਾਦੀਆਂ ਬਸਤੇ ਦੇ ਬੋਝ ਤੋਂ ਡਰਦੀਆਂ ਆ, ਸਕੂਲ ਦੇ ਬਸਤੇ ਦੇ ਬੋਝ ਤੋਂ ਡਰਦੀਆਂ, ਇਹਨਾਂ ਦੇ ਬੱਚੇ ਫਿਰ ਬੋਰੀਆਂ ਚੱਕਣਗੇ। ਹਿਸਾਬ ਲਾਓ ਹੁਣ ਕੀ ਜ਼ਰੂਰੀ। ਇੱਕ ਹੋਰ ਸਾਡਾ ਰਿਸ਼ਤੇਦਾਰ ਬੜੇ ਹੁੰਦੇ ਆ, ਭੂਆ ਤੇ ਮਾਸੀ। ਜਿੱਦਣ ਪਿਓ ਨੇ ਮੁੰਡੇ ਨੂੰ ਡਾਂਟਦਾ ਨਾ, ਨਾਲ ਹੀ ਭੂਆ ਦਾ ਫੋਨ ਆਉਂਦਾ ਜਾਂ ਮਾਸੀ ਦਾ, ਲੈ ਤੇਰੇ ਕੋਲ ਰੋਟੀ ਨਹੀਂ ਖਵਾਈ ਜਾਂਦੀ, ਮੁੰਡਾ ਜਵਾਨ ਹੋ ਗਿਆ, ਤੇਰੇ ਕੋਲ ਪਾਲਿਆ ਨਹੀਂ ਜਾਂਦਾ, ਮੇਰੇ ਕੋਲ ਭੇਜ ਦੇ। ਮੁੰਡਾ ਬੜਾ ਹੀ ਖੁਸ਼, ਉਹ ਕਹਿੰਦੀ ਭੂਆ ਤੇ ਮਾਸੀ ਤਾਂ ਰੱਬ ਹੈ, ਤੇ ਮੈਂ ਕਹਿ ਰਿਹਾ ਹੁਣ ਲੋਕਾਂ ਨੂੰ ਭੂਆ ਤੇ ਮਾਸੀ ਜੱਬ ਹੈ, ਇਹ ਰੱਬ ਨਹੀਂ ਹੈ। ਇਹ ਜੀਵਨ ਦਾ ਸਭ ਤੋਂ ਬੜਾ ਜੱਬ ਹੈ, ਕਿਉਂਕਿ ਭੂਆ ਤੇ ਮਾਸੀ ਰੱਖਦੀਆਂ ਕਦੋਂ ਤੱਕ ਆ ਬੱਚੇ ਨੂੰ? ਵਿਆਹ ਹੋਣ ਤੋਂ ਬਾਅਦ ਕੋਈ ਰੱਖ ਰਿਹਾ? ਮਾਂ ਪਿਓ ਨਹੀਂ ਰੱਖਦੇ। ਜਾਨੀ ਜਿਹੜਾ ਜੀਵਨ ਬੱਚੇ ਦਾ ਸੰਘਰਸ਼ ਦਾ ਹੁੰਦਾ ਨਾ, 8ਵੀਂ 10ਵੀਂ ਚ ਪਿਓ ਡਾਂਟਦਾ ਨਾ, ਉਦੋਂ ਹੀ ਕਹਿੰਦਾ ਜਵਾਨ ਹੋ ਗਿਆ ਬੱਚਾ। ਉਹੀ ਟਾਈਮ ਹੁੰਦਾ ਬੱਚੇ ਦਾ ਕੁਝ ਬਣਨ ਦਾ, ਕਿ ਉਹ +2 ਕਰ ਜਾਵੇ, ਕੋਈ ਕੋਰਸ ਕਰ ਲਵੇ, BA ਕਰ ਲਵੇ, BEd ਕਰ ਲਵੇ। ਉਦੋਂ ਭੂਆ ਮਾਸੀਆਂ ਵਿਗਾੜ ਦਿੰਦੀਆਂ ਆਪਣੇ ਕੋਲ ਬੁਲਾ ਕੇ। ਤੇ ਜਦੋਂ ਦਾ ਵਿਆਹ ਹੁੰਦਾ ਆ ਫਿਰ ਕੋਈ ਵੀ ਉਹਦਾ ਭਾਰ ਚੱਕਦਾ, ਫਿਰ ਉਹ ਕਹਿੰਦਾ ਆਪਣਾ ਕਰੋ ਤੇ ਖਾਓ।
बेचारा करूगा की ते खाऊगा की? हुण दसो भूआ ते मासियां रब है कि जब है? पर जिधर भूआ मासियां पढ़िया लिखिया हो गई उधर इदा नहीं करनगे, उधर इदा करनगियां दूजा तरीका। वो कहणगियां जे तेरे को नहीं पढ़ना ना तो मेरे को भेज, इत्थे बड़ा वधिया स्कूल है, मास्टर भी सख्त है, ਇਹਦੀ ट्यूशन भी रखूंगी तो मैं भी देखूंगी नाल, ਇਹਨੂੰ बंदा मैं बनाऊंगा। ਜਿਹੜੀ पढ़ी लिखी भूआ ਤੇ मासी को यही मंगया बाबा साहब अंबेडकर ने, सिर्फ यही, और कुछ नहीं मंगया। कहने शिक्षित हो जाओ, संगठित हो जाओ, तो जो भीड़ पैनी है, क्योंकि ये देश च तुसी धर्म बदल के कुछ भी बन जाओ पर जाति नहीं बदलोगी, जाति वही रहेगी। सिख बड़े मजहबी है, ईसाइयां च जाने हैं तो कहने कन्वर्टेड क्रिश्चन है, बोधियां च जाने ना बोधी है, ते हिंदू ने तो साडे बनाए हैं, सानू बांदर होया हरिजन। गांधी कहता रब दे बंदे आ, भी गांधी तू ठेकेदार है, जे असीं रब दे बंदे आ तैनूं किसी ठेकेदार ने बनाया, सारे ही रब दे। यानी जाति नहीं जाती हारदी नहीं है, जाति नाल नाल चल जाती। ते आपां अपनी मुक्ति का रस्ता देखना जिहड़ा बाबा साहब अंबेडकर कहते हैं, और इस रस्ते नूं ही सृष्टिकर्ता वाल्मीकि दयावा ने किया सी। देखो तुहाडे बाबियां दी गल खत्म करन लगा, शुरू बाबियां तो कीती सी। सृष्टिकर्ता वाल्मीकि दयावा ने लिखे धार्मिक ग्रंथ की गल दस रहे हैं, पावन योग सिर वो कहते तप दान ते तीरथ। देखो जे कोई बाबा कहे तो की कहूगा, कहूगा जो ज्यादा तो ज्यादा करो, यही कहेगा ना बाबा। तप भी ज्यादा करो, दान भी ज्यादा करो, तीर्थ भी ज्यादा करो। एक बाबे तो इस तो भी अगे निकल जाते हैं, वो कहते मोह माया तुसी पैदा कर ली यार, धन दौलत इकट्ठा कर लेना कूड़ा आ, तुहानूं शांति मिलनी नहीं। तो बंदा कहता जी मैं कूड़ा कित्थे सुट्टा, कहते इत्थे सुट मेरी झोली। यानी बाबे थोड़ी कोई डस्टबिन है, मैनू दे जा, कहते फिर तू मोह माया तो छुटकारा पा, नहीं तो तेनों सीट नहीं मिलनी स्वर्ग च, तू नरक च जाएगा। इदां दे बाबे ते परमात्मा वाल्मीकि दयावा की कह रहे। देखो तीन गल्लां मैं बोलियां ही है कि तप दान और तीरथ से मोक्ष की प्राप्ति नहीं होती। सीधी साफ लाइन लिखी हुई उन्होंने, वो कह रहे जिन्ने मर्जी तप करो, जिन्ने मर्जी दान करो, तीर्थ करो, तो मुक्ति नहीं हो सकती। कभी कभी प्रसाद नहीं लड़ पैंदे ना, लो जी प्रसाद नहीं मिलिया, लंगर नहीं आया साडे घर, की हो जाऊगा जे आ भी जावे, की हो जाएगा। लोग कई लोग गुरुद्वारे के बाहर ही बैठे कई साल, उथे लंगर खा रहे हैं, फिर भी भिखारी। मंदिरों के बाहर बैठे हैं, वही प्रसाद खाई जा रहे हैं, फिर भिखारी। मज़ारां के बाहर बैठे हैं, प्रसाद खा खा के भी भिखारी। ते यही गल परमात्मा वाल्मीकि दयावा कहते, वो कहते तप दान और तीरथ से मोक्ष की प्राप्ति नहीं होती, मोक्ष की प्राप्ति ज्ञान के द्वारा होती। मुक्ति जड़ी है, मोक्ष का मतलब नहीं कोई ऐसा पूरा शरीर स्वर्ग से चल जाना, स्वर्ग स्वरूप कोई नहीं हुंदा। नाले पता क्यों नहीं हुंदा, किनू कहते स्वर्ग का राजा, पंडित किनू कहता है स्वर्ग का राजा कौन है, पंडितां नूं पुछियो कदी, कहते स्वर्ग का राजा इंद्र। ते इंद्र उथों आके अहल्या दे नाल की करके गया सी, गौतम ऋषि के घर अहल्या की इज्जत लुट के गया सी। जो उथों इत्थे आके कर गया तो वो जे स्वर्ग च कोई औरत नहीं जाना पसंद करूगी। स्वर्ग स्वरूप कुछ नहीं हुंदा, स्वर्ग और नरक यही जीवन च, यही जीवन च जिन्ना पुरुषार्थ है उन्ना ही स्वर्ग और नरक तय होंगे, और कुछ नहीं। गालिब ने भी किया सी, गालिब कहते आ यूं तो मालूम है जन्नत की हकीकत, लेकिन यूं तो मालूम है जन्नत की हकीकत, लेकिन जन्नत कहते स्वर्ग नूं। यूं तो मालूम है जन्नत की हकीकत, लेकिन दिल बहलाने को गालिब यह ख्याल अच्छा, ख्याल है ले जाओ। मैं एक पंजाबी फिल्म देखी सी, एक आदमी इन्ना कुछ खा रहा,
ਉਹ ਦੇਖਦਾ ਹੱਥ 'ਚ ਕੁਝ ਵੀ ਨਹੀਂ, ਕਹਿੰਦਾ ਓਏ ਕੀ ਖਾ ਰਿਹਾ? ਮੈਂ ਹੱਥ 'ਚ ਕੁਝ ਵੀ ਨਹੀਂ। ਕਹਿੰਦਾ ਵੈਸੇ ਹੀ ਖਿਆਲ ਦੇ ਵਿੱਚ ਨਾ ਦਾਣੇ ਖਾ ਰਿਹਾ ਹੈ ਮੂੰਗਫਲੀ ਦੇ। ਉਹ ਕਹਿੰਦਾ ਜੇ ਖਿਆਲ 'ਚ ਹੀ ਖਾਣੇ ਤਾਂ ਫਿਰ ਬਦਾਮ ਖਾ, ਥੋੜਾ ਖਿਆਲ ਤਾਂ ਵੱਡਾ ਕਰ, ਤੇਰਾ ਖਿਆਲ ਹੀ ਛੋਟਾ ਹੈ। ਇਹ ਖਿਆਲ ਛੱਡ ਦੋ, ਇੰਦਰ ਵਾਲਾ ਸੁਰ ਦਾ ਖਿਆਲ ਛੱਡ ਦੋ। ਉਹ ਖਿਆਲ ਪੈਦਾ ਕਰੋ ਕਿ ਤੁਸੀਂ ਆਪਣੀ ਬਾਂਹ ਨੂੰ, ਕੰਪਨੀਆਂ 'ਚ ਜਿਹੜੇ ਲੋਕ ਲੱਗਦੇ ਨਾ ਪ੍ਰਾਈਵੇਟ ਕੰਪਨੀਆਂ 'ਚ, ਤੇ ਵਧੀਆ ਜੇ ਤੁਸੀਂ ਕੰਮ ਕਰੋ ਤੇ ਕੰਪਨੀਆਂ ਸਾਲ ਬਾਅਦ ਟਿਕਟ ਦਿੰਦੀਆਂ ਆ, ਜਾ ਘੁੰਮ ਕੇ ਆ, ਫਿਰ ਅਗਲੇ ਸਾਲ ਪਰਿਵਾਰ ਦੀ ਟਿਕਟ ਦਿੰਦੀਆਂ ਆ। ਉਹ ਪੜ੍ਹਾਈ ਕਰੋ ਕਿ ਪਰਿਵਾਰ ਦੀ ਟਿਕਟ ਹੋਵੇ ਤੇ ਮਾਂ ਨੂੰ ਤੁਸੀਂ ਲੈ ਕੇ ਜਾਓ ਦੁਬਈ ਘੁਮਾ, ਮਾਂ ਨੂੰ ਕਹੋ ਆ ਤੈਨੂੰ ਇੰਗਲੈਂਡ ਘੁਮਾ ਕੇ ਲਿਆਓ, ਤੇ ਮਾਂ ਦਾ ਸਵਰਗ ਆ ਗਿਆ ਕਿ ਨਹੀਂ ਆ ਗਿਆ? ਇੱਥੇ ਹੀ ਆ ਗਿਆ। ਇਹੀ ਉਮਰ ਵਧਣ ਦਾ ਵੀ ਤਰੀਕਾ ਹੈ। ਜਿਹਦੇ ਬੱਚੇ ਲਾਇਕ ਉਹਦੀ ਉਮਰ ਜ਼ਿਆਦਾ, ਜਿਹਦੇ ਬੱਚੇ ਨਲਾਇਕ ਉਹ ਮਾਂ 40 ਸਾਲਾਂ 'ਚ ਬੁਰੀ ਲੱਗਣ ਲੱਗ ਪੈਂਦੀ, ਜਿਹਦੇ ਬੱਚੇ ਨਲਾਇਕ। ਤੇ ਇਹੀ ਬਾਬਾ ਸਾਹਿਬ ਅੰਬੇਦਕਰ ਨੂੰ ਸ਼ਰਧਾਂਜਲੀ ਹੈ ਕਿ ਅਸੀਂ ਆਪਣੇ ਸਾਰੀ ਕਮਾਈ ਬੱਚਿਆਂ ਦੀ ਪੜ੍ਹਾਈ ਤੇ ਖਰਚ ਕਰੀਏ। ਮਕਾਨ ਵੀ ਬਾਅਦ ਚੋਂ ਬਣਨਗੇ, ਕੱਪੜਾ ਸਾਦਾ ਪਾ ਕੇ ਵੀ ਜੀ ਸਕਦੇ ਹਾਂ, ਰੋਟੀ ਦੇ ਉੱਤੇ ਪਿਆਜ਼ ਰੱਖ ਲਈਏ ਜਾਂ ਗੁੜ ਰੱਖ ਲਈਏ, ਉਹ ਖਾ ਕੇ ਵੀ ਜੀ ਸਕਦੇ ਹਾਂ। ਤੇ ਜੇ ਬੱਚੇ ਪੜ੍ਹਾ ਲਏ 15 ਸਾਲਾਂ 'ਚ ਕਿਸਮਤ ਬਦਲ ਜਾਏਗੀ ਕਿ ਨਹੀਂ ਬਦਲ ਜਾਏਗੀ? 15 ਸਾਲਾਂ 'ਚ और बदल जाएगा। यही तरीका आ, अपने बच्चों की पढ़ाई लिखाई से जोर लगाओ। और जोड़ा नलायक बच्चा, नलायक मुंडे होंगे कुड़ियां नहीं होंदियां ज़्यादा, जोड़ा नलायक बच्चा कहे मैनू मोटरसाइकिल लै दो, मैनू आ कर दो, मैनू वो कर दो, वो डंडा मार के बाहर कर दो। एवं डरन डुरन की लोड़ नहीं, कहते मैं मर जूगा, मरते मुरते नहीं होंगे। नलायक ही बेशर्म नहीं मरते होंगे, अणख वाले मरते। जिन्होंने अणख होगी कि मेरी मां तो गोहा कूड़ा करती है तो मैं उन्हें तंग करदा, वो करेगा ही नहीं। जिहड़ा बेशरम वो करेगा। दो चार नूं डंडा मार के बाहर कर दोगे, पूरा महला पूरा पिंड सुधर जाएगा, कोई नहीं मंगेगा। एवं आवारागर्दी लई बाइक लैके घूमी जा रही है। पढ़ाई ते जोर दो, पढ़ाई ते पैसा खर्च करो, ते पढ़ाइयां कोई महंगियां नहीं। इदां दा भी एवं ना फालतू ये वहम पा लो। जिन्ना गहना तुसीं दिंदे ना कुड़ियां नूं बना के, मावां बनांदियां चोरी चोरी गहना 8-10 साल बनांदियां रहिंदियां लगातार। जिन्ना गहना तुसीं दिंदियां ना, वो गहने का ना सिर्फ 1.5 तोला, 1.5 तोला 75,000 का। उन्ने च प्राइवेट कॉलेज च BSc नर्सिंग हुंदी है, कुड़ी BSc नर्सिंग, ते BSc नर्सिंग का 75,000 साल का खर्चा। ते जो नर्स लगेगी किते जाके, जिदन पक्की लग गई 80,000 रुपए एक महीने की तनख्वाह। हुण तुहाडा देखो, तुहाडा गहना आप ही सोच लियो, तुहाडा गहना 6 महीने भी बचिया करी, ब्याह तो बाद 6 महीने बचिया गहना, या सस सहुरा लै लैंदे आ, या नलायक आदमी खा जाता है। डिग्रियां दो कुड़ियां नूं, डिग्रियां शायद इन्हों भी शर्म आवे मुंडियां नूं, फिर डिग्रियां। हुण एक लड़की मजिस्ट्रेट बनी, हुण मजिस्ट्रेट बनी, ਉਹਦਾ ਵਿਆਹ ਕਿਹਦੇ ਨਾਲ? ਉਹ ਜੀਨ ਵਾਲੇ ਨਾਲ ਥੋੜੀ ਹੋਊਗਾ, ਫਟੀ ਹੋਈ ਜੀਨ ਵਾਲੇ ਨਾਲ। ਮਜਿਸਟਰੇਟ ਦੀ ਤਾਂ ਕਾਰ ਜਦੋਂ ਆਏਗੀ ਨਾ, ਫਟੀ ਹੋਈ ਜੀਨ ਵਾਲਾ ਤਾਂ ਭੱਜ ਲੇਗਾ ਵੀ ਪਤਾ ਨਹੀਂ ਕੌਣ ਆ ਗਿਆ, ਭੱਜ ਲਓ ਇੱਥੋਂ। ਡਿਗਰੀ ਦੇਣੀ ਹੈ ਬਾਬਾ ਸਾਹਿਬ ਅੰਬੇਦਕਰ ਨੂੰ, ਇਹੀ ਸ਼ਰਧਾਂਜਲੀ। ਔਰ ਇਹੀ ਮੰਗਿਆ ਸੀ ਉਹਨਾਂ ਨੇ ਸਾਡੇ ਕੋਲ ਵੀ ਸਿੱਖਿਅਤ ਹੋ ਜਾਓ। ਅੱਜ ਦਾ ਸੋਨੀ ਜੀ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਉਪਰਾਲਾ। ਅਸੀਂ ਡੇਟ ਬਦਲ ਰਹੇ ਸੀ, ਇਹ ਕਹਿੰਦੇ ਫਿਰ ਮੈਂ ਤਾਂ ਹੋਣਾ ਨਹੀਂ, ਫਿਰ ਅਗਲੀ ਵਾਰੀ ਮੈਂ ਕੰਮ ਤੇ ਆਊਂਗਾ। ਕੰਮ ਵੀ ਜ਼ਰੂਰੀ, ਫਿਰ ਡੇਟ ਇਹੀ ਰੱਖੀ ਵੀ ਨਹੀਂ, ਇਹੀ ਡੇਟ 'ਚ ਕਰਾਂਗੇ।